ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹਿਜੈ ਕੋਟ ਇੰਦਰ ਇੰਦਰਾਣ ਸਾਹੇ ਸਹਾਣ ਗਣਿਜੈ ਤ੍ਰਿਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ ਤਵੈ ਸਰਬ ਨਾਮ ਕਥੈ ਕਵਣ ਕਰਮ ਨਾਮ ਬਰਣਤ ਸਮਤ ਕੋ ਬੁਤਾਨ ਕੋ ਪੂਜਤ ਹੈ ਪਸ ਕੋ ਮ੍ਰਿਤਾਨ ਕੋ ਪੂਜਨ ਧਾਇਓ ਕੂਰ ਕਿਰਿਆ ਉਰਜਿਓ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਡੰਡਾਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਮੂਕ ਉਚਰੈ ਸ਼ਾਸਤਰ ਖਟ ਪਿੰਗ ਗਿਰੰਗ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤੁਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੈ ਹੋ ਤੁਮ ਕਥਾ ਸੁਧਾਰੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ। ਤਵ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਤ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹਿਓ ਮਤ ਕਉ ਨ ਦੇਖਿਤ ਪ੍ਰਾਨਪਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਭਗਤ ਵਛਲ ਕਰੁਣਾ ਨਿਧਾਨ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਜੁਗੋ ਜੁਗ ਅਟਲ 10 ਪਾਤਸ਼ਾਹੀਆਂ ਦਾ ਆਤਮਿਕ ਸਵਰੂਪ ਸ਼ਬਦ ਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਤਿਗੁਰਾਂ ਦਾ ਅੰਮ੍ਰਿਤ ਵੇਲੇ ਤੋਂ ਦਰਸ਼ਨ ਦੀਦਾਰਾ ਕਰ ਰਹੀ ਗੁਰੂ ਖਾਲਸਾ ਸਾਧ ਸੰਗਤ
ਬੜੇ ਹੀ ਵੱਡੇ ਭਾਗਾਂ ਵਾਲੇ ਹਾਂ। ਰੋਜ਼ਾਨਾ ਸਤ ਸੰਗਤ ਦੀਆਂ ਘੜੀਆਂ ਦਾ ਲਾਹਾ ਸਾਨੂੰ ਪ੍ਰਾਪਤ ਹੁੰਦਾ ਹੈ। ਇਹ ਸਤਿਗੁਰਾਂ ਦੀ ਕਿਰਪਾ ਸਦਕਾ ਹੀ ਇਹ ਬਖਸ਼ਿਸ਼ਾਂ ਦੇ ਪਾਤਰ ਅਸੀਂ ਬਣ ਸਕੇ ਹਾਂ। ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਇਹ ਬਾਣੀਆਂ ਦੇ ਸਿਰ ਤੇ ਬਾਣੀ ਜਿਹੜੀ ਸਤਿਗੁਰਾਂ ਨੇ ਬਖਸ਼ਿਸ਼ ਕਰਕੇ ਸਿੱਖਾਂ ਦੀ ਝੋਲੀ ਅੰਦਰ ਪਾਉਣਾ ਕੀਤੀ, ਤੇ ਸਿੱਖ ਤੇ ਸਤਿਗੁਰੂ ਦੇ ਪਿਆਰੀ ਸੰਗਤ ਸਤਿਗੁਰੂ ਬਖਸ਼ਿਸ਼ ਕਰਦੇ ਹਨ ਕਿ ਆਓ ਆਣ ਕਰਕੇ ਸੰਗਤ ਦੇ ਵਿੱਚ ਜੁੜ ਕਰਕੇ ਸਤਿਗੁਰਾਂ ਦਾ ਹਰ ਜਸ ਗਾਈਏ, ਸੁਣੀਏ, ਜਿਸ ਦੇ ਨਾਲ ਸਾਡੀ ਵੀ ਆਤਮਿਕ ਤਰੱਕੀ ਹੋ ਸਕੇ, ਤੇ ਆਤਮਿਕ ਤਰੱਕੀ ਕਰਕੇ ਤੇ ਸਤਿਗੁਰਾਂ ਦੇ ਸਨਮੁਖ ਅਸੀਂ ਆਪਣਾ ਜਨਮ ਸਫਲ ਕਰਕੇ ਤੇ ਜਾ ਸਕੀਏ। ਇਹ ਸਤਿਗੁਰੂ ਕਿਰਪਾ ਕਰਦੇ ਹਨ। ਜਿਹੜੇ ਸਤ ਸੰਗਤ ਵਿੱਚ ਆਉਂਦੇ ਹਨ ਵਡਭਾਗੀ ਸਤ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਅਸੀਂ ਭਾਗਹੀਣ ਵਾਲਿਆਂ ਦੀ ਗਿਣਤੀ ਵਿੱਚੋਂ ਨਿਕਲ ਕਰਕੇ ਤੇ ਭਾਗਾਂ ਵਾਲਿਆਂ ਦੀ ਗਿਣਤੀ ਦੇ ਅੰਦਰ ਆ ਜਾਈਏ। ਸਤਿਗੁਰੂ ਬਖਸ਼ਿਸ਼ ਕਰ ਦੇਣ। ਪਿਛਲੇ ਦਿਨਾਂ ਦੇ ਅੰਦਰ ਜੋ ਪਵਿੱਤਰ ਬਾਣੀ ਕੀਰਤਨ ਸੋਹਿਲਾ ਸਾਹਿਬ ਜੀ ਦੀ ਕਥਾ ਵਿਚਾਰ ਸਤਿਗੁਰਾਂ ਨੇ ਬਲ ਉਦਮ ਬਖਸ਼ਿਸ਼ ਕਰਕੇ ਕਰਵਾਈ ਸੀ। ਉਪਰੰਤ ਜੋ ਕੱਲ੍ਹ ਦੇ ਦੀਵਾਨ ਅੰਦਰ ਰੱਖਿਆ ਦੇ ਸ਼ਬਦ ਹਨ, ਜੋ ਕੀਰਤਨ ਸੋਹਿਲਾ ਸਾਹਿਬ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਗੁਰਸਿੱਖ ਬੜੇ ਪ੍ਰੇਮ ਦੇ ਨਾਲ ਪੜ੍ਹਦੇ ਹਨ, ਤੇ ਸਤਿਗੁਰਾਂ ਨੇ ਇਹ ਮਰਿਆਦਾ ਵੀ ਕਾਇਮ ਕੀਤੀ ਹੈ ਕਿ ਰੱਖਿਆ ਦੇ 5 ਸ਼ਬਦ ਪੜ੍ਹ ਕੇ ਅਤੇ ਉਪਰੰਤ ਕੀਰਤਨ ਸੋਹਿਲਾ ਸਾਹਿਬ ਬਾਣੀ ਦਾ ਜਾਪ ਕਰਕੇ ਪ੍ਰੇਮ ਦੇ ਨਾਲ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਕੇ ਤੇ ਫਿਰ ਬਿਰਾਜਣਾ ਹੈ, ਫਿਰ ਸੌਣਾ ਹੈ। ਇਹ ਮਰਿਆਦਾ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਤੇ ਜਿਹੜੇ ਸਿੱਖ ਹਨ ਨਾ ਸਤਿਗੁਰਾਂ ਦੇ, ਸਤਿਗੁਰਾਂ ਦਾ ਬਚਨ ਫਿਰ ਸਿਰ ਮੱਥੇ ਦੇ ਉੱਪਰ ਮੰਨਦੇ ਹਨ, ਤੇ ਅੱਗੋਂ ਫਿਰ ਜਵਾਬ ਅਦੂਲੀ ਨਹੀਂ ਕਰਦੇ। ਇਹ ਸਤਿਗੁਰਾਂ ਦਾ ਬਚਨ ਮੰਨਣ ਦੇ ਅੰਦਰ ਹੀ ਸਿੱਖ ਆਪਣਾ ਭਲਾ ਲੋਚਦੇ ਹਨ। ਤੋ ਅੱਜ ਹੁਣ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਜੋ ਪਵਿੱਤਰ ਬਾਣੀ ਅੰਮ੍ਰਿਤ ਵੇਲੇ ਗੁਰਸਿੱਖ ਪੜ੍ਹਦੇ ਹਨ, ਇਹ ਤੀਸਰੇ ਨੰਬਰ ਤੇ ਜੋ ਸ੍ਰੀ ਤਵੈ ਪ੍ਰਸਾਦ ਸਵਈਏ ਆਉਂਦੇ ਹਨ। ਸਭ ਤੋਂ ਪਹਿਲਾਂ ਸ੍ਰੀ ਜਪਜੀ ਸਾਹਿਬ, ਦੂਸਰੇ ਨੰਬਰ ਦੇ ਉੱਪਰ ਸ੍ਰੀ ਜਾਪ ਸਾਹਿਬ ਅਤੇ ਤੀਸਰੇ ਨੰਬਰ ਦੇ ਉੱਪਰ ਤਵੈ ਪ੍ਰਸਾਦ ਸਵਈਏ। ਇਹ ਪਵਿੱਤਰ ਬਾਣੀ ਸਤਿਗੁਰਾਂ ਨੇ ਗੁਰਸਿੱਖ ਨੂੰ ਆਪਣੇ ਨਿਤਨੇਮ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ। ਅਤੇ ਇਹ ਬਾਣੀ ਜਿਹੜੀ ਸਤਿਗੁਰਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਉਸ ਸਮੇਂ ਇਹ ਬਾਣੀ ਪੜ੍ਹੀ ਸੀ। ਇਹ ਗੁਰਸਿੱਖ ਇਹਨਾਂ 33 ਸਵਈਆਂ, ਇਹ ਵਾਹਿਗੁਰੂ ਇਹ 10 ਸਵਈਏ ਹਨ ਤਵੈ ਪ੍ਰਸਾਦ ਸਵਈਏ ਦੇ ਸਿਰਲੇਖ ਹੇਠ। ਇਹਨਾਂ ਨੂੰ ਗੁਰਸਿੱਖ ਸੁਦਾ ਸਵਈਏ ਵੀ ਕਹਿੰਦੇ ਹਨ। ਸੁਦਾ ਤੋਂ ਭਾਵ ਅੰਮ੍ਰਿਤ। ਜਿਹੜੇ ਸਵਈਏ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਅੰਮ੍ਰਿਤ ਤਿਆਰ ਕਰਨ ਵੇਲੇ ਜਿਹੜੇ ਪੜ੍ਹੇ ਸਨ, ਇਹ ਇਸ ਕਾਰਨ ਕਰਕੇ ਇਹਨਾਂ ਨੂੰ ਸੁਦਾ ਸਵਈਏ ਵੀ ਕਿਹਾ ਜਾਂਦਾ ਹੈ। ਇਹ ਜੋ 10 ਸਵਈਏ ਹਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੇ, ਇਹ ਸਤਿਗੁਰਾਂ ਨੇ ਉਸ ਸਮੇਂ ਕਿਰਪਾ ਕੀਤੀ ਸੀ ਜਦੋਂ ਸਿੱਖ ਸੰਗਤ ਨੇ ਸਤਿਗੁਰਾਂ ਅੱਗੇ ਬੇਨਤੀ ਕੀਤੀ ਸੀ ਕਿ ਸਤਿਗੁਰੂ ਜਿਸ ਪ੍ਰਕਾਰ ਦੇ ਨਾਲ ਆਪ ਜੀਆਂ ਨੇ ਜਪਜੀ ਸਾਹਿਬ ਗੁਰਬਾਣੀ ਦੇ ਅੰਦਰ ਵਾਹਿਗੁਰੂ ਜਾਪ ਸਾਹਿਬ ਗੁਰਬਾਣੀ ਦੇ ਅੰਦਰ ਪਰਮੇਸ਼ਰ ਦੀ ਉਸਤਤੀ ਕੀਤੀ ਹੈ, ਕਿਰਪਾ ਕਰਕੇ ਹੋਰ ਬਾਣੀ ਰਚਨਾ ਕਰੋ ਜਿਸ ਦੇ ਅੰਦਰ ਅਕਾਲ ਪੁਰਖ ਦੀ ਉਸਤਤੀ ਹੋਵੇ। ਤੇ ਇਹ ਜਿਹੜੀ ਪਵਿੱਤਰ ਤਵੈ ਪ੍ਰਸਾਦ ਸਵਈਏ ਹੈ ਨਾ, 10 ਸਵਈਏ, ਇਹ ਸ੍ਰੀ ਅਕਾਲ ਉਸਤਤ ਬਾਣੀ ਦੇ ਅੰਦਰ ਆਉਂਦੇ ਹਨ। ਜਿਹੜੀ ਗੁਰਬਾਣੀ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਾਪ ਸਾਹਿਬ ਤੋਂ ਬਾਅਦ ਅਕਾਲ ਉਸਤਤ ਬਾਣੀ ਆਉਂਦੀ ਹੈ, ਉਸ ਦੇ ਅੰਦਰ ਇਹ ਤਵੈ ਪ੍ਰਸਾਦ ਸਵਈਏ ਜਿਹੜੇ 10 ਸਵਈਏ ਹਨ ਉਸ ਬਾਣੀ ਦੇ ਵਿੱਚ ਆਉਂਦੇ ਹਨ। ਸਤਿਗੁਰਾਂ ਨੇ ਉਸ ਬਾਣੀ ਦੇ ਅੰਦਰ ਦਰਜ ਕੀਤੇ। ਸਾਧ ਸੰਗਤ, ਇਹ ਜੋ 10 ਸਵਈਏ ਇਹਨਾਂ ਦੀ 2 ਉਥਾਣਕਾਂ ਇਹਦੀਆਂ ਆਉਂਦੀਆਂ ਹਨ। ਸੰਪਰਦਾਇ ਦੇ ਅੰਦਰ ਇਹ ਪੜ੍ਹਾਈਆਂ ਜਾਂਦੀਆਂ ਹਨ। ਇਸ ਦੀਆਂ 2 ਉਥਾਣਕਾਂ। ਪਹਿਲੀ, ਜਿਸ ਸਮੇਂ ਜੋ ਅਸਾਮ ਦਾ ਰਾਜਾ ਰਤਨ ਰਾਏ ਸਤਿਗੁਰਾਂ ਪਾਸ ਬੇਸ਼ਕੀਮਤੀ ਜੋ 3 ਭੇਟਾਵਾਂ ਲੈ ਕਰਕੇ ਆਇਆ ਸੀ ਨਾ, ਇਹ ਉਹੀ ਰਾਜਾ ਰਤਨ ਰਾਏ ਹੈ ਜਿਹੜਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰਾਂ ਦੇ ਵਰ ਸਦਕਾ ਇਹ ਜਨਮ ਇਸ ਦਾ ਹੋਇਆ ਸੀ।
ਇਸ ਰਾਜਾ ਰਤਨ ਰਾਏ ਦੇ ਮਾਤਾ ਪਿਤਾ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਅੱਗੇ ਬੇਨਤੀ ਕਰਕੇ ਤੇ ਇਸ ਨੂੰ ਵਰ ਰੂਪ ਅੰਦਰ ਪ੍ਰਾਪਤ ਕੀਤਾ ਸੀ ਸਤਿਗੁਰਾਂ ਪਾਸੋਂ। ਤੇ ਜਿਸ ਸਮੇਂ ਇਹ ਰਾਜਾ ਰਤਨ ਰਾਏ ਇੱਕ ਸਮੇਂ ਆਪਣੇ ਕੇਸ ਵਾਹ ਰਿਹਾ ਸੀ ਨਾ, ਤੇ ਉਹ ਇਸ ਨੇ ਆਪਣੇ ਕੇਸਾਂ ਦੇ ਅੰਦਰ ਇੱਕ ਮੋਹਰ ਜਿਤਨੀ ਥਾਂ ਤੇ ਕੇਸ ਨਹੀਂ ਸਨ, ਉਹ ਥਾਂ ਖਾਲੀ ਸੀ, ਜਿਵੇਂ ਕੋਈ ਸੱਟ ਜਾਂ ਕੋਈ ਫੋੜਾ ਫਿੰਸੀ ਹੋਇਆ ਹੋਵੇ। ਇਸ ਨੇ ਵਿਚਾਰ ਕੀਤੀ ਕਿ ਮਾਤਾ ਜੀ ਤੋਂ ਪਤਾ ਲੱਗ ਸਕਦਾ ਹੈ ਕਿ ਇਸ ਜਗ੍ਹਾ ਤੇ ਕੇਸ ਕਿਉਂ ਨਹੀਂ ਹਨ ਮੇਰੇ। ਤੇ ਮਾਤਾ ਜੀ ਨੂੰ ਪੁੱਛਿਆ ਇਸ ਰਾਜੇ ਰਤਨ ਰਾਏ ਨੇ ਕਿ ਇਸ ਦਾ ਕੀ ਕਾਰਨ ਹੈ। ਤੇ ਮਾਤਾ ਜੀ ਨੇ ਫਿਰ ਸਪਸ਼ਟ ਹੀ ਦੱਸ ਦਿੱਤਾ ਸੀ ਕਿ ਪੁੱਤਰ, ਕਿ ਤੇਰਾ ਜਿਹੜਾ ਜਨਮ ਹੋਇਆ ਹੈ ਨਾ, ਇਹ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਦੇ ਉੱਪਰ ਬਿਰਾਜਮਾਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੇ ਇਹ ਵਰ ਸਦਕਾ ਤੇਰਾ ਜਨਮ ਹੋਇਆ ਸੀ। ਉਸ ਸਮੇਂ ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਸ ਮਾਤਾ ਨੇ ਦੱਸਿਆ ਕਿ ਜਿਸ ਸਮੇਂ ਉਸ ਆਪਣੇ ਘਰ ਮਹਿਲਾਂ ਦੇ ਅੰਦਰ ਆਏ ਸੀ ਨਾ, ਤੇ ਅਸੀਂ ਤੇਰੇ ਬਾਪ ਤੇ ਮੈਂ ਅਸੀਂ ਬੇਨਤੀ ਕੀਤੀ ਸੀ ਸਤਿਗੁਰਾਂ ਅੱਗੇ ਕਿ ਸਤਿਗੁਰੂ ਇਹ ਸਾਡੇ ਰਾਜ ਭਾਗ ਦਾ ਮਾਲਕ ਸਾਨੂੰ ਬਖਸ਼ਿਸ਼ ਕਰੋ, ਪੁੱਤਰ ਨਹੀਂ ਹੈ ਸਾਡੇ ਪਾਸ। ਉਸ ਸਮੇਂ ਸਤਿਗੁਰਾਂ ਦੇ ਹੱਥ ਵਿੱਚ ਸੋਨੇ ਦੀ ਮੋਹਰ ਸੀ, ਤੇ ਉਸ ਮੋਹਰ ਨੂੰ ਇਸ ਰਾਜਾ ਰਤਨ ਰਾਏ ਦੇ ਪਿਤਾ ਦੇ ਪੱਟ ਦੇ ਉੱਪਰ ਲਗਾ ਕਰਕੇ ਸਤਿਗੁਰਾਂ ਨੇ ਬਚਨ ਕੀਤਾ ਸੀ ਕਿ ਜਿਹੜਾ ਪੁੱਤਰ ਪੈਦਾ ਹੋਏਗਾ ਤੁਹਾਡੇ ਘਰ, ਉਸ ਦੇ ਸਰੀਰ ਉੱਪਰ ਇਹ ਸਾਡੀ ਮੋਹਰ ਛਾਪ ਲੱਗੀ ਹੋਵੇਗੀ। ਇਹ ਬਚਨ ਜਿਸ ਸਮੇਂ ਰਾਜੇ ਰਤਨ ਰਾਏ ਨੇ ਆਪਣੀ ਮਾਂ ਦੇ ਪਾਸੋਂ ਸੁਣੇ ਤੇ ਉਸ ਦੇ ਮਨ ਅੰਦਰ ਸ਼ਰਧਾ ਜਾਗੀ, ਤੇ ਕਹਿਣ ਲੱਗਾ ਕਿ ਜਿਸ ਸਤਿਗੁਰਾਂ ਦੇ ਬਚਨ ਸਦਕਾ ਮੇਰਾ ਜਨਮ ਹੋਇਆ ਹੈ, ਮੈਂ ਉਹਨਾਂ ਦੇ ਦਰਸ਼ਨ ਜ਼ਰੂਰ ਕਰਾਂਗਾ। ਉਸ ਸਮੇਂ ਫਿਰ ਇਹ ਚੱਲਿਆ ਸੀਗਾ ਸਤਿਗੁਰਾਂ ਦੇ ਦਰਸ਼ਨ ਕਰਨ, ਤੇ ਜਾਣ ਤੋਂ ਪਹਿਲਾਂ ਇਸ ਨੇ ਸੋਚਿਆ ਕਿ ਕੀ ਭੇਟਾ ਲਿਜਾਈ ਜਾਵੇ ਸਤਿਗੁਰਾਂ ਦੇ ਪਾਸ ਦਰਸ਼ਨ ਕਰਨ ਵਾਸਤੇ। ਤਾਂ ਇਸ ਨੂੰ ਪਤਾ ਲੱਗਿਆ, ਇਸ ਨੇ ਪਤਾ ਕਰਾਇਆ ਕਿ ਜਿਹੜੇ ਇਸ ਦੀ ਮਾਤਾ ਨੇ ਇਹ ਗੱਲ ਆਖੀ ਕਿ ਉਸ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ, ਉਹ ਤਾਂ ਹੁਣ ਸਰੀਰਕ ਰੂਪ ਅੰਦਰ ਇਸ ਸੰਸਾਰ ਦੇ ਅੰਦਰ ਨਹੀਂ ਹਨ, ਪਰ ਉਹਨਾਂ ਦੀ ਜੋਤ, ਉਹਨਾਂ ਦੀ ਗੁਰਤਾ ਗੱਦੀ ਉੱਪਰ ਬਿਰਾਜਮਾਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਇਸ ਸਮੇਂ ਗੁਰੂ ਨਾਨਕ ਮਹਾਰਾਜ ਜੀ ਦਾ ਚਲਾਇਆ ਹੋਇਆ ਰਾਜ ਭਾਗ ਚਲਾ ਰਹੇ ਹਨ। ਉਸ ਸਮੇਂ ਇਸ ਨੇ ਪਤਾ ਕੀਤਾ ਕਿ ਜਿਹੜੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਨ, ਜੇਕਰ ਉਹਨਾਂ ਪਾਸ ਕੋਈ ਸ਼ਸਤਰਾਂ ਦੀ ਭੇਟਾ ਅਤੇ ਕੋਈ ਚੰਗੇ ਘੋੜੇ ਹਾਥੀਆਂ ਦੀ ਭੇਟਾ ਲੈ ਕਰਕੇ ਆਵੇ ਨਾ, ਤੇ ਫਿਰ ਸਤਿਗੁਰੂ ਬਹੁਤਾ ਪ੍ਰਸੰਨ ਹੁੰਦੇ ਹਨ। ਉਸ ਸਮੇਂ ਫਿਰ ਇਸ ਰਾਜੇ ਰਤਨ ਰਾਏ ਨੇ ਇੱਕ ਪੰਚ ਕਲਾ ਸ਼ਸਤਰ ਖਰੀਦਿਆ ਸੀ। ਪੰਚ ਕਲਾ ਸ਼ਸਤਰ ਜਿਸ ਦਾ ਕਲਾ ਭਾਵ ਬਟਨ ਦਬਾਉਣ ਦੇ ਨਾਲ ਕਿ 5 ਵੱਖ-ਵੱਖ ਤਰ੍ਹਾਂ ਦੇ ਸ਼ਸਤਰ ਇਹ ਬਣ ਜਾਂਦਾ ਸੀ। ਇੱਕੋ ਹੀ ਸ਼ਸਤਰ 5 ਸ਼ਸਤਰਾਂ ਦੇ ਵਾਰੀ ਰੂਪ ਧਾਰਨ ਕਰਦਾ ਸੀ। ਅਜਿਹਾ ਪੰਜ ਕਲਾ ਸ਼ਸਤਰ ਅਤੇ ਦੂਸਰਾ ਜੋ ਪ੍ਰਸਾਦੀ ਹਾਥੀ, ਚਿੱਟੇ ਰੰਗ ਦਾ ਹਾਥੀ, ਇਤਨਾ ਸਿਆਣਾ, ਇਤਨਾ ਸੂਝਵਾਨ ਕਿ ਜਿਸ ਨੂੰ ਕੋਈ ਵੀ ਕਾਰਜ ਸਿਖਾ ਕਰਕੇ ਤੇ ਉਸ ਪਾਸੋਂ ਕਰਵਾਇਆ ਜਾ ਸਕਦਾ ਸੀ। ਤੇ ਰਾਜੇ ਰਤਨ ਰਾਏ ਨੇ ਫਿਰ ਇਹ ਸਤਿਗੁਰਾਂ ਨੂੰ ਭੇਟਾ ਕੀਤਾ, ਤੇ ਇਹ ਫਿਰ ਸਤਿਗੁਰਾਂ ਦੇ ਉੱਪਰ ਚੌਰ ਸਾਹਿਬ ਦੀ ਸੇਵਾ ਕਰਿਆ ਕਰਦਾ ਸੀ। ਅਤੇ ਕਿਸੇ ਸਮੇਂ ਇਹ ਸਤਿਗੁਰਾਂ ਦਾ ਗੜਵਈ ਹੋ ਕਰਕੇ ਤੇ ਗੜਵਾ ਆਪਣੀ ਸੁੰਡ ਦੇ ਅੰਦਰ ਪਕੜ ਕਰਕੇ ਸਤਿਗੁਰਾਂ ਦੇ ਨਾਲ ਚੱਲਦਾ ਹੁੰਦਾ ਸੀ। 2 ਭੇਟਾਵਾਂ ਅਤੇ ਤੀਸਰਾ ਜੋ ਵੇਸ਼ ਕੀਮਤੀ 1.25 ਲੱਖ ਦਾ ਚੰਦੋਆ ਸਾਹਿਬ ਜੋ ਇਸ ਰਾਜੇ ਰਤਨ ਰਾਏ ਨੇ ਸਤਿਗੁਰਾਂ ਪਾਸ ਭੇਟ ਕੀਤਾ, ਇਹ 3 ਬੇਸ਼ਕੀਮਤੀ ਭੇਟਾਵਾਂ ਲੈ ਕਰਕੇ ਇਹ ਰਾਜਾ ਰਤਨ ਰਾਏ, ਜਿਹੜਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀਆਂ ਦੇ ਵਰ ਸਦਕਾ ਇਹਦਾ ਜਨਮ ਹੋਇਆ ਸੀ, ਇਹ ਸਤਿਗੁਰਾਂ ਪਾਸ ਭੇਟਾਵਾਂ ਲੈ ਕਰਕੇ ਹਾਜ਼ਰ ਹੋਇਆ। ਉਸ ਸਮੇਂ ਫਿਰ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਪ੍ਰਸੰਨ ਹੋ ਕਰਕੇ ਇਸ ਨੂੰ ਆਖਿਆ ਕਿ ਮੰਗ ਭਾਈ, ਕੀ ਮੰਗ ਹੈ ਤੇਰੀ, ਮੰਗਣਾ ਕਰ, ਅਸੀਂ ਪ੍ਰਸੰਨ ਹਾਂ ਤੇਰੇ ਤੇ। ਉਸ ਸਮੇਂ ਫਿਰ ਇਹ ਰਾਜੇ ਰਤਨ ਰਾਏ ਨੇ ਬੇਨਤੀ ਕੀਤੀ ਸੀ ਸਤਿਗੁਰਾਂ ਪਾਸ ਕਿ ਸਤਿਗੁਰੂ, ਰਾਜ ਭਾਗ ਤਾਂ ਮੈਨੂੰ ਜਨਮ ਤੋਂ ਹੀ ਪ੍ਰਾਪਤ ਹੈ, ਰਾਜ ਭਾਗ ਪ੍ਰਾਪਤ ਕੀਤਾ ਹੋਇਆ ਹੈ ਮੈਂ, ਪਰ ਮਨ ਨੂੰ ਸ਼ਾਂਤੀ ਨਹੀਂ ਆ ਰਹੀ। ਮਨ ਨੂੰ ਸ਼ਾਂਤੀ ਕਿਸੇ ਪ੍ਰਕਾਰ ਕਿਸੇ ਸਾਧਨ ਕਰਕੇ ਪ੍ਰਾਪਤ ਨਹੀਂ ਹੋ ਰਹੀ। ਤੁਸੀਂ ਕਿਰਪਾ ਕਰੋ, ਅਜਿਹਾ ਬੈਰਾਗਮੀ, ਅਜਿਹਾ ਬਚਨ ਬਖਸ਼ਿਸ਼ ਕਰੋ, ਬਚਨ ਕਰੋ ਕਿ ਜਿਹਦੇ ਨਾਲ ਮਨ ਨੂੰ ਸ਼ਾਂਤੀ ਆ ਜਾਵੇ। ਰਾਜ ਭਾਗ ਦੇ ਨਾਲ ਮਨ ਵਿੱਚ ਸ਼ਾਂਤੀ ਨਹੀਂ, ਮਨ ਦੇ ਵਿੱਚ ਤਾਂ ਵਾਸ਼ਨਾਵਾਂ ਹੀ ਪ੍ਰਬਲ ਹੁੰਦੀਆਂ ਹਨ। ਉਸ ਸਮੇਂ ਫਿਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਨੇ ਇਹ 10 ਸਵਈਏ ਹਨ ਜਿਹੜੇ, ਇਹਨਾਂ ਦਾ ਉਚਾਰਨ ਉੱਥੇ ਕੀਤਾ ਸੀ ਰਾਜਾ ਰਤਨ ਰਾਏ ਦੇ ਪਰਥਾਏ। ਉਪਰੰਤ ਸਤਿਗੁਰਾਂ ਨੇ ਫਿਰ ਜਦੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਤਾਂ ਉਸ ਸਮੇਂ ਫਿਰ ਇਹੀ ਸਵਈਏ ਪੜ੍ਹੇ ਸਨ ਉੱਥੇ। ਅਤੇ ਜਿਹੜੀ ਦੂਸਰੀ ਉਥਾਨਕਾ ਹੈ ਸਾਰ ਸੰਗਤ, ਜਿਸ ਸਮੇਂ
22 ਧਾਰ ਦੇ ਪਹਾੜੀ ਰਾਜੇ ਜਿਹੜੇ ਸਤਿਗੁਰਾਂ ਪਾਸ ਆਏ ਸਨ, ਅੰਮ੍ਰਿਤ ਤਿਆਰ ਹੋਣ ਤੋਂ ਬਾਅਦ, ਅੰਮ੍ਰਿਤ ਛਕਾਉਣ ਤੋਂ ਬਾਅਦ, ਤੇ ਸਤਿਗੁਰਾਂ ਨੇ ਉਹਨਾਂ ਨੂੰ ਵੀ ਹੁਕਮ ਕੀਤਾ ਸੀ ਕਿ ਤੁਸੀਂ ਵੀ ਅੰਮ੍ਰਿਤ ਛਕ ਕਰਕੇ ਤੇ ਸਿੱਖ ਸਜੋ ਸਾਡੇ। ਤੇ 22 ਧਾਰ ਦੇ ਰਾਜਿਆਂ ਦੇ ਅੰਦਰ ਇਤਨਾ ਅਹੰਕਾਰ ਸੀ, ਇਹਨਾਂ ਨੇ ਸਤਿਗੁਰਾਂ ਨੂੰ ਆਖਿਆ ਕਿ ਸਤਿਗੁਰੂ ਅਸੀਂ ਤੁਹਾਡੇ ਸਿੱਖ ਕਿਉਂ ਬਣੀਏ? ਤੁਸੀਂ ਵੀ ਛਤਰੀ ਹੋ, ਅਸੀਂ ਵੀ ਛਤਰੀ ਹਾਂ। ਤੁਸੀਂ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਚਲਾਇਆ ਹੋਇਆ ਰਾਜ ਭਾਗ ਤੁਹਾਡੇ ਕੋਲ ਹੈ, ਤੇ ਸਾਡੇ ਪਾਸ ਵੀ ਸਾਡਾ ਰਾਜ ਹੈ ਆਪਣਾ। ਅਸੀਂ ਇਸ ਪ੍ਰਕਾਰ ਕਰਕੇ ਆਪਾਂ ਤਾਂ ਬਰਾਬਰ ਹੋਏ, ਅਸੀਂ ਤੁਹਾਡੇ ਸਿੱਖ ਕਿਉਂ ਬਣ ਜਾਈਏ? ਚਲੋ ਇਹਨਾਂ ਨੇ ਗੱਲ ਮੰਨੀ ਤੇ ਇਹ ਕਹਿਣ ਲੱਗੇ ਕਿ ਠੀਕ ਹੈ ਕਿ ਸਤਿਗੁਰੂ ਅਸੀਂ ਤੁਹਾਡਾ ਅੰਮ੍ਰਿਤ ਛਕ ਲੈਂਦੇ ਹਾਂ, ਪਰ ਸਾਡੀਆਂ 5 ਸ਼ਰਤਾਂ ਹਨ। ਇਹਨਾਂ ਨੇ ਸ਼ਰਤਾਂ ਸੁਣਾਈਆਂ ਫਿਰ, ਜੋ ਇਸ ਪ੍ਰਕਾਰ ਸਨ ਕਿ ਕਹਿਣ ਲੱਗੇ ਕਿ ਅਸੀਂ ਬੋਦੀ ਰੱਖਦੇ ਹਨ ਸਿਰ ਦੇ ਉੱਪਰ, ਕੇਸ ਕਟਾਉਣੇ ਹਾਂ ਪਰ ਬੋਦੀ ਰੱਖਦੇ ਹਾਂ, ਤੇ ਸਾਨੂੰ ਇਸ ਅੰਮ੍ਰਿਤ ਛਕਣ ਤੋਂ ਬਾਅਦ ਸਾਨੂੰ ਕੇਸ ਰੱਖਣ ਲਈ ਨਾ ਕਿਹਾ ਜਾਵੇ, ਅਸੀਂ ਇਸ ਪ੍ਰਕਾਰ ਬੋਦੀ ਹੀ ਰੱਖਾਂਗੇ। ਦੂਸਰਾ ਇਹਨਾਂ ਨੇ ਆਖਿਆ ਸੀ ਕਿ ਅਸੀਂ ਜਨੇਊ ਪਹਿਨਦੇ ਹਾਂ ਤੇ ਉਹੀ ਪਹਿਨਾਂਗੇ, ਹਾਂ ਸ੍ਰੀ ਸਾਹਿਬ ਪਹਿਨ ਲਵਾਂਗੇ ਪਰ ਅਸੀਂ ਜਨੇਊ ਨਹੀਂ ਉਤਾਰਾਂਗੇ। ਇਹ ਸਾਡੀਆਂ ਕੁਝ ਇਸ ਪ੍ਰਕਾਰ ਇਹਨਾਂ ਨੇ 5 ਸ਼ਰਤਾਂ ਗਣਾਈਆਂ ਸਤਿਗੁਰਾਂ ਨੂੰ, ਤੇ ਸਤਿਗੁਰਾਂ ਨੇ ਉੱਥੇ ਬਚਨ ਫਰਮਾ ਦਿੱਤਾ ਕਿ ਇਸ 5 ਹੀ ਸਾਨੂੰ ਪ੍ਰਮਾਣ ਨਹੀਂ ਜਿਹੜੀਆਂ ਸ਼ਰਤਾਂ ਤੁਸੀਂ ਦੱਸ ਰਹੇ ਹੋ। ਤੇ ਇਸ ਕਾਰਨ ਕਰਕੇ ਫਿਰ ਸਤਿਗੁਰਾਂ ਨੇ ਉੱਥੇ ਬਚਨ ਕੀਤਾ ਸੀ ਕਿ ਜੇਕਰ ਤੁਹਾਨੂੰ ਅਸੀਂ ਅੰਮ੍ਰਿਤ ਛਕਾ ਕਰਕੇ ਤੁਹਾਨੂੰ ਰਾਜ ਭਾਗ ਦੇ ਦਿੱਤਾ ਤੇ ਤੁਹਾਡੇ ਅੰਦਰ ਅਹੰਕਾਰ, ਤੁਸੀਂ ਤਾਂ ਭਲਕੇ ਇਹੀ ਆਖੋਗੇ ਨਾ ਕਿ ਅਸੀਂ ਆਪਣੀ ਰਾਜਨੀਤੀ ਚਲਾ ਕਰਕੇ ਆਪਣੇ ਬਲ ਦੇ ਨਾਲ ਰਾਜ ਪ੍ਰਾਪਤ ਕੀਤਾ ਹੈ। ਸਤਿਗੁਰਾਂ ਨੇ ਫਰਮਾਇਆ ਸੀ ਕਿ ਇਨ ਗਰੀਬ ਸਿੱਖਣ ਕੋ ਦੂੰ ਪਾਤਸ਼ਾਹੀ, ਜੇ ਇਹ ਯਾਦ ਕਰੇ ਹਮਰੀ ਗੁਰਿਆਈ, ਕਿ ਇਹ ਜਿਹੜੇ ਗਰੀਬ ਸਿੱਖ ਹਨ ਇਹਨਾਂ ਨੂੰ ਮੈਂ ਰਾਜ ਦਿਆਂਗਾ, ਇਹਨਾਂ ਨੂੰ ਗੁਰੂ ਨਾਨਕ ਮਹਾਰਾਜ ਦਾ ਰਾਜ ਇਹਨਾਂ ਨੂੰ ਬਖਸ਼ਿਸ਼ ਕਰਾਂਗਾ, ਜਿਹੜੇ ਫਿਰ ਇਹ ਯਾਦ ਵੀ ਰੱਖਣਗੇ ਸਾਡੀ ਗੁਰਿਆਈ। ਤੁਹਾਨੂੰ ਦੇਣ ਦਾ ਕੀ ਫਾਇਦਾ? ਤੁਸੀਂ ਤਾਂ ਆਪਣੇ ਅਹੰਕਾਰ ਦੇ ਅੰਦਰ ਹੀ ਇਸ ਨੂੰ ਆਪਣਾ ਹੀ ਮੰਨ ਲੈਣਾ ਹੈ ਨਾ। ਫਿਰ ਉੱਥੇ ਸਤਿਗੁਰਾਂ ਨੇ ਸਭਾ ਦੇ ਅੰਦਰ ਇਹ ਪਹਾੜੀ ਰਾਜਿਆਂ ਨੂੰ ਫਿਰ ਇਹ ਜਿਹੜੇ 33 ਸਵਈਏ ਜਿਹੜੇ ਵਾਹਿਗੁਰੂ 10 ਸਵਈਏ ਹਨ, ਤ੍ਰੈ ਪ੍ਰਸਾਦ ਸਵਈਏ, ਇਹ ਉਸ ਸਭਾ ਦੇ ਅੰਦਰ ਉਚਾਰਨ ਕਰਕੇ ਤੇ ਇਹਨਾਂ ਪਹਾੜੀ ਰਾਜਿਆਂ ਦਾ ਅਹੰਕਾਰ ਤੋੜਨਾ ਕੀਤਾ ਸੀ ਸਤਿਗੁਰਾਂ ਨੇ। ਇਹ ਸਾਧ ਸੰਗਤ ਇਸ ਪ੍ਰਕਾਰ ਇਸ ਦੀਆਂ 2 ਉਥਾਣਕਾਂ ਆਉਂਦੀਆਂ ਹਨ। ਪਹਿਲਾ, ਜੋ ਰਾਜਾ ਰਤਨ ਰਾਏ ਭੇਟਾਵਾਂ ਲੈ ਕਰਕੇ ਆਇਆ ਤੇ ਉਸ ਦੀ ਬੇਨਤੀ ਕਰਨ ਉੱਪਰ ਸਤਿਗੁਰਾਂ ਨੇ ਫਿਰ ਇਹ ਸਵਈਏ ਉਚਾਰਨ ਕਰਕੇ ਤੇ ਉਸ ਨੂੰ ਉਪਦੇਸ਼ ਦਿੱਤਾ। ਦੂਸਰਾ, ਜੋ ਪਹਾੜੀ ਰਾਜੇ ਆਏ ਉਹਨਾਂ ਦਾ ਅਹੰਕਾਰ ਨਾਸ਼ ਕਰਨ ਵਾਸਤੇ, ਤੋੜਨ ਵਾਸਤੇ ਸਤਿਗੁਰਾਂ ਨੇ ਇਹ ਪਵਿੱਤਰ 10 ਸਵਈਏ ਜਿਹੜੇ ਉੱਥੇ ਉਚਾਰਨ ਕਰਨਾ ਕੀਤੇ। ਸਾਰੀ ਹੀ ਸੰਗਤ ਬੜੇ ਪ੍ਰੇਮ ਸਹਿਤ ਇਸ ਸਵਈਆਂ, ਇਹ ਪਵਿੱਤਰ ਗੁਰਬਾਣੀ ਤ੍ਰੈ ਪ੍ਰਸਾਦ ਸਵਈਏ ਜੋ ਨਿਤਨੇਮ ਦੇ ਅੰਦਰ ਵੀ ਪੜ੍ਹੀ ਜਾਂਦੀ ਹੈ, ਉਸ ਨੂੰ ਸਰਵਣ ਕਰੀਏ ਬੜੇ ਪ੍ਰੇਮ ਦੇ ਨਾਲ, ਦੋਏ ਕਰ ਜੋੜ ਸਤਿਗੁਰਾਂ ਅੱਗੇ ਸੀਸ ਨਿਵਾ ਕਰਕੇ ਸਾਰੀ ਸੰਗਤ ਆਖੀਏ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਓੰਕਾਰ ਅਦਵੈਤ ਸਰੂਪ ਪਰਮੇਸ਼ਰ ਇੱਕ ਹੈ। ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ, ਉਹ ਸਤ ਸਰੂਪ ਪਰਮੇਸ਼ਰ ਕਦੇ ਨਾ ਨਾਸ ਹੋਣ ਵਾਲਾ, ਤੇ ਗੁਰੂ ਸਤਿਗੁਰ ਤੇ ਅਗਿਆਨ ਰੂਪ ਹਨੇਰੇ ਨੂੰ ਦੂਰ ਕਰਕੇ ਤੇ ਗਿਆਨ ਰੂਪ ਚਾਨਣ ਕਰਨ ਵਾਲਾ ਐਸਾ ਉਹ ਪਰਮੇਸ਼ਰ। ਪ੍ਰਸਾਦ ਆਨੰਦ ਸਰੂਪ ਅਥਵਾ ਸਤਿਗੁਰ ਪ੍ਰਸਾਦ, ਜੋ ਪਰਮੇਸ਼ਰ ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਸਦਕਾ ਉਹ ਪ੍ਰਾਪਤ ਹੁੰਦਾ ਹੈ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ 10ਵੀਂ। ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜੋ ਸ਼੍ਰੀ ਸ੍ਰੇਸ਼ਟ ਪਰਮੇਸ਼ਰ, ਸੁਭਾਏਮਾਨ ਪਰਮੇਸ਼ਰ ਅਥਵਾ ਸ਼੍ਰੀ ਜੋ ਮਾਇਆ ਦਾ ਮਾਲਕ ਪਰਮੇਸ਼ਰ ਹੈ, ਮਾਇਆ ਦਾ ਪਤੀ ਪਰਮੇਸ਼ਰ ਸ਼੍ਰੀ ਵਾਹਿਗੁਰੂ, ਵਾਹਿਗੁਰੂ ਪਰਮੇਸ਼ਰ, ਵਾਹਿਗੁਰੂ ਜੀ ਕੀ ਫਤਿਹ, ਕਿ ਉਸ ਪਰਮੇਸ਼ਰ ਦੀ ਸਦਾ ਫਤਿਹ ਜਿੱਤ ਹੈ। ਪਾਤਸ਼ਾਹੀ 10ਵੀਂ। 10ਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਇਹ ਪਵਿੱਤਰ ਸਵਈਆਂ ਦਾ ਉਚਾਰਨ ਕਰ ਰਹੇ ਹਨ। ਤਵੈ ਪ੍ਰਸਾਦ ਸਵਈਏ। ਤਵੈ ਪ੍ਰਸਾਦ, ਤਵੈ ਤੁਹਾਡੀ ਹੈ ਪਰਮੇਸ਼ਰ ਪ੍ਰਸਾਦ ਕਿਰਪਾ ਸਦਕਾ ਇਹ ਸਵਈਏ, ਇਹ ਸਵਈਏ ਛੰਦ ਦੇ ਅੰਦਰ ਅਸੀਂ ਇਹ ਤਵੈ ਪ੍ਰਸਾਦ ਤੁਹਾਡੀ ਕਿਰਪਾ ਸਦਕਾ ਇਹ ਉਚਾਰਨ ਕਰ ਰਹੇ ਹਾਂ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਰਾਵਗ ਸੁਧ ਸਮੂਹ ਸਿਧਾਨ ਕੇ। ਸਰਾਵਗ, ਸਰਾਵਗ ਹੁੰਦੇ ਹਨ ਸਾਧ ਸੰਗਤ ਸਰੇਵੜੇ, ਜਿਹੜੇ ਜੈਨ ਮਤ ਦੇ ਹੁੰਦੇ ਹਨ ਸਰੇਵੜੇ, ਜਿਹੜੇ ਕਿ ਮਤਲਬ ਕਿ ਭਾਵ ਆਪਣਾ
ਉਹ ਪਾਪ ਪੁੰਨ ਦਾ ਬੜਾ ਹੀ ਖਿਆਲ ਰੱਖਦੇ ਹਨ। ਉਹ ਇਸ ਪ੍ਰਕਾਰ ਇਹ ਸਰੇਵੜਿਆਂ ਦਾ ਨਾ ਸਤਿਗੁਰਾਂ ਨੇ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹਨਾਂ ਦੀ ਹਾਲਤ ਦੱਸੀ ਹੈ ਕਿ ਇਹ ਸਰੇਵੜਿਆਂ ਦੀ ਹਾਲਤ ਕੀ ਬਣੀ ਹੋਈ ਸੀ ਉਸ ਸਮੇਂ, ਜੋ ਇਹਨਾਂ ਨੂੰ ਫਿਰ ਉਪਦੇਸ਼ ਦਿੱਤਾ ਸਤਿਗੁਰਾਂ ਨੇ। ਸਤਿਗੁਰਾਂ ਧੰਨ ਸ੍ਰੀ ਗੁਰੂ ਨਾਨਕ ਮਹਾਰਾਜ ਜੀਆਂ ਦਾ ਬਚਨ ਆਉਂਦਾ ਹੈ, ਸ਼ਲੋਕ ਮਹੱਲਾ ਪਹਿਲਾ, ਸਿਰ ਖੁਹਾਏ ਪੀਵਹਿ ਮਲ ਵਾਣੀ, ਝੂਠਾ ਮੰਗ ਮੰਗ ਖਾਹੀ। ਇਹ ਜਿਹੜੇ ਸਰੇਵੜੇ ਹਨ ਨਾ, ਇਹ ਸਿਰ ਖੁਹਾਏ, ਇਹ ਆਪਣੇ ਜਿਹੜੇ ਗੁਰੂ ਪਾਸੋਂ ਇਹ ਆਪਣਾ ਜਿਹੜਾ ਸਿਰ ਹੈ ਨਾ ਖੁਹਾਏ, ਇਹ ਵਾਲ ਪਟਵਾ ਦਿੰਦੇ ਸਨ, ਮੁੱਢ ਤੋਂ ਵਾਲ ਪਟਾਉਂਦੇ ਸਨ ਕਿ ਦੁਬਾਰਾ ਵਾਲ ਨਾ ਉੱਗਣ। ਤੇ ਇਸ ਕਰਕੇ ਫਿਰ ਇਹਨਾਂ ਦੇ ਸਿਰ ਦੇ ਵਿੱਚ ਕਹਿੰਦੇ ਆ ਕਿ ਜੇ ਕੇਸ ਹੋਣ ਤਾਂ ਗੰਦਗੀ ਅਤੇ ਭਾਵ ਜੂਆਂ ਹੋਣਗੀਆਂ, ਫਿਰ ਉਹਨਾਂ ਨੂੰ ਉਹ ਮਰਨਗੀਆਂ ਸਾਡੇ ਕੇਸ ਰੱਖਣ ਕਰਕੇ, ਤੇ ਸਾਨੂੰ ਪਾਪ ਲੱਗੇਗਾ। ਤਾਂ ਕਰਕੇ ਇਹ ਆਪਣੇ ਗੁਰੂ ਪਾਸੋਂ ਇਹ ਜਿਹੜੇ ਕੱਲਾ ਕੱਲਾ ਕੇਸ ਪਟਵਾਉਂਦੇ ਸਨ, ਕੱਟਦੇ ਨਹੀਂ ਸਨ ਕਿ ਦੁਬਾਰਾ ਉੱਗਣ ਹੀ ਨਾ। ਸਿਰ ਖੁਹਾਏ ਪੀਵਹਿ ਮਲ ਵਾਣੀ, ਜਿਹੜਾ ਮਲ ਵਾਣੀ ਮੈਲਾ ਪਾਣੀ ਹੈ ਉਸ ਨੂੰ ਹੀ ਪੀਣਾ ਕਰਦੇ ਸਨ, ਕਿਉਂਕਿ ਇਹਨਾਂ ਦਾ ਇਹ ਵਿਚਾਰ ਸੀ ਕਿ ਜੇਕਰ ਸਾਫ਼ ਪਾਣੀ ਪੀਏ ਨਾ ਤੇ ਉਸ ਦੇ ਅੰਦਰ ਬਹੁਤੇਰੇ ਸੂਖਮ ਜੀਵ ਹੁੰਦੇ ਹਨ, ਤੇ ਅਸੀਂ ਪੀ ਲਾਂਗੇ ਤਾਂ ਉਹ ਮਰਨਗੇ ਤੇ ਸਾਨੂੰ ਪਾਪ ਲੱਗੇਗਾ। ਤੇ ਜੇ ਇਸ ਪ੍ਰਕਾਰ ਜੇਕਰ ਮੈਲਾ ਪਾਣੀ ਹੈ, ਭਾਵ ਕਿ ਉਸ ਦੇ ਅੰਦਰ ਕਿਸੇ ਨੇ ਲੀੜੇ ਕੱਪੜੇ ਧੋਤੇ ਜਾਂ ਕਿਸੇ ਕਾਰਨ ਕਰਕੇ ਉਹ ਮੈਲਾ ਹੈ ਤੇ ਉਸ ਦੇ ਅੰਦਰ ਉਹ ਜੀਵ ਮਰ ਗਏ ਹਨ, ਤੇ ਉਹਨਾਂ ਮਰਨ ਦਾ ਜਿਹੜਾ ਪਾਪ ਹੈ ਉਹ ਜਿਹਨੇ ਪਾਣੀ ਮੈਲਾ ਕੀਤਾ ਉਸ ਨੂੰ ਲੱਗੇਗਾ। ਇਸ ਕਰਕੇ ਉਹ ਮੈਲਾ ਪਾਣੀ ਪੀਂਦੇ ਸਨ ਕਿ ਸਾਨੂੰ ਪਾਪ ਨਾ ਲੱਗੇ। ਸਿਰ ਖੁਹਾਏ ਪੀਵਹਿ ਮਲ ਵਾਣੀ, ਝੂਠਾ ਮੰਗ ਮੰਗ ਖਾਹੀ। ਉਹ ਝੂਠਾ ਖਾਂਦੇ ਸਨ, ਸੁੱਚਾ ਭੋਜਨ ਨਹੀਂ ਸਨ ਖਾਂਦੇ। ਕਿਉਂ? ਕਿਉਂਕਿ ਉਹ ਕਹਿੰਦੇ ਸਨ ਕਿ ਜੇਕਰ ਭੋਜਨ ਤਿਆਰ ਹੁੰਦਾ ਹੈ ਜਿਸ ਸਮੇਂ, ਉਸ ਥੱਲੇ ਅੱਗ ਬਲਦੀ ਹੈ, ਅੱਗ ਬਲਣ ਦੇ ਨਾਲ ਜਿਹੜੇ ਲੱਕੜਾਂ ਦੇ ਅੰਦਰ ਜੀਵ ਹੁੰਦੇ ਹਨ ਉਹ ਵੀ ਮਰਦੇ ਹਨ, ਤੇ ਜਿਹੜੇ ਪ੍ਰਸਾਦੇ ਦੇ ਅੰਦਰ ਅਤੇ ਸਬਜ਼ੀ ਆਦਿਕ ਦੇ ਅੰਦਰ ਜਿਹੜੇ ਜੀਵ ਹਨ ਨਾ ਉਹ ਵੀ ਮਰਦੇ ਹਨ। ਤੇ ਜਿਹੜਾ ਉਹਨਾਂ ਦਾ ਪਾਪ ਹੈ ਉਹ ਜਿਹੜਾ ਪਹਿਲੀ ਬੁਰਕੀ ਛਕਦਾ ਹੈ ਉਸ ਪ੍ਰਸਾਦੇ ਦੀ ਉਹਨੂੰ ਲੱਗਦਾ ਹੈ, ਤੇ ਜਿਹੜਾ ਇਸ ਕਰਕੇ ਇਹ ਝੂਠਾ ਛਕਦੇ ਸਨ ਕਿ ਸਾਨੂੰ ਇਹਨਾਂ ਜੀਵਾਂ ਦਾ ਪਾਪ ਨਾ ਲੱਗੇ। ਇਹ ਹਾਲਤ ਹੈ ਇਹਨਾਂ ਸਰੇਵੜਿਆਂ ਦੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਫੋਲ ਫਦੀਹਤ ਮੋਹਿ ਲੈਣ ਪੜਾਸਾਂ, ਫੋਲ ਫਦੀਹਤ ਜਿਹੜੀ ਆਪਣੀ ਗੰਦਗੀ ਹੈ ਨਾ, ਤੇ ਉਸ ਨੂੰ ਵੀ ਇਹ ਉਸ ਕਰਨ ਤੋਂ ਉਪਰੰਤ ਉਸ ਨੂੰ ਡੱਕੇ ਦੇ ਨਾਲ ਇਹ ਫੋਲ ਦਿੰਦੇ ਸਨ ਕਿ ਉਸ ਦੇ ਅੰਦਰ ਜਿਹੜੇ ਜੀਵ ਹਨ ਨਾ, ਗੰਦਗੀ ਸਾਡੀ ਦੇ ਅੰਦਰ, ਉਹ ਵੀ ਨਾ ਕਿਤੇ ਮਰ ਜਾਣ, ਉਹ ਜਿਉਂਦੇ ਨਿਕਲ ਜਾਣ। ਉਸ ਆਪਣੀ ਗੰਦਗੀ ਨੂੰ ਵੀ ਫੋਲਦੇ ਸਨ। ਇਹ ਮੋਹੇ ਲੈਣ ਪੜਾਸਾਂ, ਤੇ ਗੰਦਗੀ ਫੋਲਣ ਵੇਲੇ ਫਿਰ ਮੂੰਹ ਦੇ ਪੜਾਸਾਂ ਬਦਬੂ ਹੀ ਆਵੇਗੀ ਨਾ। ਮੋਹੇ ਲੈਣ ਪੜਾਸਾਂ ਪਾਣੀ ਦੇਖ ਸੰਗਾਹੀ, ਤੇ ਪਾਣੀ ਤੋਂ ਇਸ ਪ੍ਰਕਾਰ ਇਹ ਸੰਗਦੇ ਸਨ ਕਿ ਆਪਣੀ ਗੰਦਗੀ ਵੀ ਸਾਫ਼ ਨਹੀਂ ਸਨ ਕਰਦੇ, ਜਿਸ ਪ੍ਰਕਾਰ ਪਸ਼ੂ ਗੰਦਗੀ ਕਰਕੇ ਤੇ ਉਸੇ ਪ੍ਰਕਾਰ ਦੇ ਨਾਲ ਹੀ ਵਿਹਾਰ ਕਰਦੇ ਹਨ। ਇਹਨਾਂ ਦਾ ਵੀ ਇਹੀ ਹਾਲਤ ਸੀ ਕਿ ਪਾਣੀ ਦੇ ਨਾਲ ਆਪਣੀ ਗੰਦਗੀ ਵੀ ਸਾਫ਼ ਨਹੀਂ ਸੀ ਕਰਦੇ। ਇਹ ਇਹਨਾਂ ਦੀ ਹਾਲਤ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਭੇਡਾਂ ਵਾਗੀ ਸਿਰ ਖੁਹਾਇਨ, ਜਿਵੇਂ ਭੇਡਾਂ ਮੁੰਨੀਆਂ ਜਾਂਦੀਆਂ ਹਨ ਨਾ, ਇਹ ਭੇਡਾਂ ਵਾਂਗੂ ਆਪਣਾ ਸਿਰ ਮੁੰਨਾ ਕੇ ਤੇ ਤੁਰੇ ਫਿਰਦੇ ਸਨ ਕਿ ਜੂਆਂ ਨਾ ਪੈ ਜਾਣ, ਜੂਆਂ ਪੈਣਗੀਆਂ ਤੇ ਜੂਆਂ ਮਰ ਜਾਣਗੀਆਂ, ਸਾਨੂੰ ਪਾਪ ਲੱਗੇਗਾ। ਭੇਡਾਂ ਵਾਂਗੀ ਸਿਰ ਖੁਹਾਇਣ ਭਰੀਣ ਹੱਥ ਸਵਾਹੀ, ਤੇ ਆਪਣੇ ਹੱਥ ਸਵਾਹ ਦੇ ਨਾਲ ਹੀ ਭਰ ਕੇ ਰੱਖਦੇ ਸਨ, ਕਿਉਂਕਿ ਸਵਾਹ ਸੜੀ ਹੁੰਦੀ, ਉਸ ਦੇ ਅੰਦਰ ਕੋਈ ਜੀਵ ਮਰੇ ਹੁੰਦੇ ਹਨ ਜੀਵ, ਤੇ ਇਸ ਪ੍ਰਕਾਰ ਉਹ ਆਪਣੇ ਸਰੀਰ ਤੇ ਸਵਾਹ ਮਲ ਕੇ ਰੱਖਦੇ ਸਨ। ਮਾਊ ਪੀਊ ਕਿਰਤ ਗਵਾਇਨ ਟੱਬਰ ਰੋਵਣ ਧਾਹੀ, ਤੇ ਮਾਂ ਪਿਓ ਨੇ ਜਿਹੜੀ ਕਿਰਤ ਉਹਨੂੰ ਪਾਲਿਆ, ਉਹਨਾਂ ਨੂੰ ਜਨਮ ਦੇ ਕਰਕੇ ਵੱਡੇ ਕੀਤਾ ਨਾ, ਕਿਰਤ ਗਵਾਇਣ ਉਹਨਾਂ ਨੇ ਕੀਤਾ ਕਤਰਿਆ, ਇਹਨਾਂ ਨੇ ਖੂਹ 'ਚ ਪਾ ਦਿੱਤਾ, ਤੇ ਟੱਬਰ ਰੋਵਣ ਧਾਹੀ। ਫਿਰ ਜਿਸ ਸਮੇਂ ਕਿਸੇ ਟੱਬਰ ਦਾ ਕੋਈ ਜੀਵ ਸਰੇਵੜਾ ਇਸ ਪ੍ਰਕਾਰ ਦੇ ਨਾਲ ਇਸ ਹਰਕਤਾਂ ਇਹ ਕਰਨ ਲੱਗ ਪਵੇ ਨਾ, ਟੱਬਰ ਰੋਵਣ ਤਾਂ ਫਿਰ ਟੱਬਰ ਧਾਹਾਂ ਹੀ ਮਾਰ ਕੇ ਰੋਣਗੇ ਹੀ, ਹੋਰ ਕੀ ਕਰਨਗੇ। ਇਹ ਹਾਲਤ ਇਹਨਾਂ ਸਰੇਵੜਿਆਂ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸੀ। ਤੇ ਇੱਥੇ ਹੁਣ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ, ਸਰਾਵਗ ਸੁੱਧ। ਇਹ ਸਰਾਵਗ ਜਿਹੜੇ ਸਰੇਵੜੇ ਅਤੇ ਸੁੱਧ ਜਿਹੜੇ ਆਪਣੇ ਸਰੀਰ ਨੂੰ ਸੁੱਧ ਰੱਖਦੇ ਹਨ, ਸਰੇਵੜਿਆਂ ਤੋਂ ਉਲਟ, ਕਿਉਂਕਿ ਸਰੇਵੜੇ ਤਾਂ ਗੰਦਗੀ ਦੇ ਅੰਦਰ ਹੀ ਰਹਿੰਦੇ ਹਨ, ਤੇ ਜਿਹੜੇ ਸੁੱਧ ਹਨ ਆਪਣੇ ਸਰੀਰ ਨੂੰ ਸੁੱਧ ਰੱਖਦੇ ਹਨ। ਇਸ ਪ੍ਰਕਾਰ ਕਰਮਕਾਂਡੀ ਹਨ ਜਿਹੜੇ ਕਿ ਜੇਕਰ ਕਿਸੇ ਨੀਵੀਂ ਜਾਤ ਦੀ ਪਰਛਾਈ ਵੀ ਸਾਡੇ ਤੇ ਪੈ ਜਾਵੇ ਨਾ ਉਹਨਾਂ ਤੇ ਉਹ ਆਪਣੇ ਕੱਪੜਿਆਂ ਸਮੇਤ ਸਣ ਕੱਪੜੇ ਇਸ਼ਨਾਨ ਕਰਦੇ ਸਨ ਕਿ ਸਾਡੇ ਕੱਪੜੇ ਵੀ ਮੈਲੇ ਹੋ ਗਏ ਹਨ ਇਸ ਦੀ ਪਰਛਾਈ ਪੈਣ ਕਰਕੇ। ਇਸ ਪ੍ਰਕਾਰ ਜਿਹੜੇ ਸ਼ੁੱਧਤਾ ਆਪਣੇ ਸਰੀਰ ਦੀ ਜ਼ਿਆਦਾ ਹੀ ਰੱਖਦੇ ਹਨ ਨਾ ਜਿਹੜੇ ਕਰਮਕਾਂਡੀ, ਉਹ ਹਨ ਸੁੱਧ। ਸਮੂਹ ਸਿਧਾਣ ਕੇ, ਤੇ ਜਿਹੜੇ ਸਿੱਧਾਂ ਦੀਆਂ ਮੰਡਲੀਆਂ ਸਮੂਹ ਹਨ ਨਾ ਸਿੱਧਾਂ ਦੇ, ਉਹ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸਰਾਵਗ ਜਿਹੜੇ ਸਰੇਵੜੇ, ਸੁੱਧ
ਜਿਹੜੇ ਸਰੇਵੜਿਆਂ ਤੋਂ ਉਲਟ ਜਿਹੜੇ ਆਪਣੇ ਆਪ ਨੂੰ ਕਰਮਕਾਂਡੀ ਆਪਣੇ ਆਪ ਨੂੰ ਸੁੱਧ ਰੱਖਦੇ ਹਨ, ਨਿੱਕੀ ਨਿੱਕੀ ਗੱਲ ਤੇ ਇਸ਼ਨਾਨ ਕਰਦੇ ਹਨ, ਸਮੂਹ ਸਿਧਾਣ ਕੇ, ਅਤੇ ਜਿਹੜੇ ਸਿੱਧ ਲੋਕ ਸਿੱਧਾਂ ਦੇ ਸਮੂਹ ਮੰਡਲੀਆਂ ਹਨ। ਦੇਖ ਫਿਰਿਓ ਘਰ ਜੋਗ ਜਤੀ ਕੇ। ਦੇਖ ਫਿਰਿਓ, ਇਹ ਸਤਿਗੁਰੂ ਕਹਿੰਦੇ ਅਸੀਂ ਇਹਨਾਂ ਨੂੰ ਵੀ ਦੇਖ ਫਿਰਾਏ ਆ, ਦੇਖ ਹਟੇ ਹਾਂ ਇਹਨਾਂ ਨੂੰ ਵੀ। ਸਰੇਵੜਿਆਂ ਦੀ ਹਾਲਤ ਵੀ ਅਸੀਂ ਦੇਖ ਲਈ ਹੈ, ਜਿਹੜੇ ਸੁੱਧ ਰੱਖਦੇ ਹਨ ਆਪਣੇ ਸਰੀਰ ਨੂੰ ਉਹਨਾਂ ਦੀ ਵੀ ਹਾਲਤ ਦੇਖੀ ਹੈ ਅਸੀਂ। ਸਮੂਹ ਸਿਧਾਣ ਕੇ, ਜਿਹੜੇ ਸਿੱਧਾਂ ਦੇ ਸਮੂਹ ਹਨ, ਮੰਡਲੀਆਂ ਬਣਾ ਬਣਾ ਕੇ ਵਿਚਰਦੇ ਹਨ ਜਿਹੜੇ ਸਿੱਧ, ਉਹਨਾਂ ਦੀ ਹਾਲਤ ਵੀ ਅਸੀਂ ਦੇਖੀ ਹੈ। ਦੇਖ ਫਿਰਿਓ ਘਰ ਜੋਗ ਜਤੀ ਕੇ, ਤੇ ਜਿਹੜੇ ਜੋਗੀਆਂ ਦੇ ਘਰ ਹਨ ਨਾ, ਅਤੇ ਜਿਹੜੇ ਜਤੀ ਸਤੀ ਜਿਹੜੇ ਜਤ ਸਤ ਰੱਖਦੇ ਹਨ ਉਹਨਾਂ ਦੇ ਘਰ ਵੀ ਅਸੀਂ ਦੇਖ ਲਏ ਹਨ। ਅਥਵਾ ਘਰ ਜਿਹੜਾ ਇਹਨਾਂ ਦਾ ਸਿਧਾਂਤ ਹੈ, ਇਹਨਾਂ ਦੇ ਸ਼ਾਸਤਰ ਹਨ ਜਿਹੜੇ ਜੋਗੀਆਂ ਦੇ ਤੇ ਜਤੀਆਂ ਦੇ, ਸਤਿਗੁਰੂ ਕਹਿੰਦੇ ਦੇਖ ਫਿਰਿਓ, ਅਸੀਂ ਇਹਨਾਂ ਨੂੰ ਵੀ ਦੇਖ ਕਰਕੇ ਫਿਰ ਕਰਕੇ ਦੇਖ ਲਿਆ ਹੈ, ਇਹਨਾਂ ਦੇ ਸਿਧਾਂਤ ਨੂੰ ਵੀ। ਸੂਰ ਸੁਰਾਰਦਨ ਸੁਧ ਸੁਧਾਦਿਕ। ਸੂਰ ਜਿਹੜੇ ਸੂਰਮੇ ਹਨ, ਤਕੜੇ ਸੂਰਬੀਰ ਯੋਧੇ, ਸੂਰ ਸੁਰਾਰਦਨ, ਸੁਰਾਰਦਨ ਜਿਹੜੇ ਦੇਵਤਿਆਂ ਨੂੰ ਦੁੱਖ ਦੇਣ ਵਾਲੇ ਜਿਹੜੇ ਦੈਤ ਹਨ, ਸੁਰਾਰਦਨ, ਅਤੇ ਸੁਧ ਸੁਧਾਦਿਕ ਜਿਹੜੇ ਸੁਧ ਸੁਧਾ ਭਾਵ ਅੰਮ੍ਰਿਤ ਦਿਕ ਪੀਣ ਵਾਲੇ, ਸੁਧ ਜਿਹੜੇ ਅੰਮ੍ਰਿਤ ਨੂੰ ਪੀਣ ਵਾਲੇ ਭਾਵ ਜਿਹੜੇ ਦੇਵਤੇ, ਸੰਤ ਸਮੂਹ ਅਤੇ ਸੰਤਾਂ ਦੇ ਸਮੂਹ, ਜਿਹੜੇ ਸੰਤ ਮੰਡਲੀਆਂ ਵਿਚਰਦੀਆਂ ਹਨ ਨਾ ਸੰਸਾਰ ਦੇ ਅੰਦਰ ਰਹਿੰਦੇ ਹਨ, ਸੰਤ ਸਮੂਹ ਅਨੇਕ ਮੱਤੀ ਕੇ, ਅਨੇਕਾਂ ਹੀ ਮੱਤਾਂ ਦੇ, ਸਾਰੇ ਹੀ ਮਤਾਂ ਮਤਾਂਤਰਾਂ ਦੇ ਜਿਹੜੇ ਸੰਤ ਸਮੂਹ ਹਨ ਨਾ, ਉਹ ਸਤਿਗੁਰੂ ਕਹਿੰਦੇ ਅਸੀਂ ਦੇਖ ਫਿਰਿਓ, ਇਹਨਾਂ ਦੀ ਵੀ ਹਾਲਤ ਅਸੀਂ ਦੇਖ ਹਟੇ ਹਾਂ। ਸੂਰ ਜਿਹੜੇ ਸੂਰਮੇ, ਸੁਰਾਰਦਨ ਭਾਵ ਦੈਤ, ਸੁਧ ਸੁਧਾਦਿਕ ਭਾਵ ਦੇਵਤੇ, ਸੰਤ ਸਮੂਹ ਸੰਤ ਮੰਡਲੀਆਂ, ਸੰਤਾਂ ਦੇ ਸਮੂਹ, ਅਨੇਕ ਮੱਤੀ ਕੇ, ਅਨੇਕਾਂ ਹੀ ਮਤਾਂ ਮਤਾਂਤਰਾਂ ਦੇ ਅਸੀਂ ਸਤਿਗੁਰੂ ਕਹਿੰਦੇ ਅਸੀਂ ਦੇਖ ਆਏ ਹਾਂ। ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ। ਸਾਰੇ ਹੀ ਦੇਸ਼ ਕੋ, ਸਾਰੇ ਹੀ ਦੇਸ਼ਾਂ ਦੇ ਦੇਖ ਰਹੇ ਹੋ ਮਤ, ਅਸੀਂ ਸਾਰੇ ਹੀ ਦੇਸ਼ਾਂ ਦੇ ਮਤਾਂ ਮਤਾਂਤਰਾਂ ਨੂੰ ਵੀ ਕੋਖ ਕਰਕੇ ਦੇਖ ਲਿਆ ਹੈ। ਇਸ ਪ੍ਰਕਾਰ ਸਾਰੇ ਹੀ ਦੇਸ਼ ਕੋ, ਜਿਹੜੇ ਇਸ ਦੇਸ਼ ਦੇ ਸਾਰੇ ਭਿੰਨ ਭਿੰਨ ਮਤ ਮਤਾਂਤਰ ਹਨ ਨਾ, ਵੱਖ ਵੱਖ ਮਾਨਤਾਵਾਂ ਹਨ, ਵੱਖ ਵੱਖ ਮਨੌਤਾਂ ਹਨ ਇਸ ਦੇਸ਼ ਦੇ ਅੰਦਰ, ਸਤਿਗੁਰੂ ਕਹਿੰਦੇ ਅਸੀਂ ਸਾਰੀਆਂ ਹੀ ਦੇਖ ਆਏ ਹਾਂ, ਸਾਰੀਆਂ ਦੇਖੀਆਂ ਹਨ ਅਸੀਂ। ਕਉ ਨ ਦੇਖੀਅਤ ਪ੍ਰਾਨਪਤੀ ਕੇ। ਪਰ ਕਿਸੇ ਨੇ ਵੀ, ਸਤਿਗੁਰੂ ਕਹਿੰਦੇ ਅਸੀਂ ਇਹਨਾਂ ਸਾਰੇ ਜੀਵਾਂ ਦੀ ਹਾਲਤ ਦੇਖੀ ਹੈ, ਇਹਨਾਂ ਦਾ ਜੀਵਨ ਦੇਖਿਆ ਹੈ, ਇਹਨਾਂ ਦੇ ਸਿਧਾਂਤ ਦੇਖੇ ਹਨ, ਪਰ ਕਉ ਨ ਦੇਖੀਅਤ ਪ੍ਰਾਣਪਤੀ ਕੇ, ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਦੇਖਿਆ ਨਹੀਂ ਪ੍ਰਾਣਪਤੀ, ਜਿਹੜਾ ਪ੍ਰਾਣਾ ਦਾ ਪਤੀ। ਪ੍ਰਾਣਾ ਦਾ ਪਤੀ ਕੌਣ? ਪਰਮੇਸ਼ਰ, ਕਿ ਉਸ ਪਰਮੇਸ਼ਰ ਨੂੰ ਕਿਸੇ ਨੇ ਵੀ ਹਜੇ ਤੱਕ ਦੇਖਿਆ ਨਹੀਂ। ਇਹ ਆਪਣੇ ਹੀ ਇਹਨਾਂ ਕਰਮਕਾਂਡਾਂ ਦੇ ਅੰਦਰ ਫਸੇ ਗਏ, ਜਿਹੜੇ ਸ਼ਰਾਵਕ ਸਰੇਵੜੇ ਉਹ ਆਪਣੀਆਂ ਇਸ ਪ੍ਰਕਾਰ ਪਾਪ ਪੁੰਨ ਦੇ ਅੰਦਰ ਫਸੇ। ਸੁੱਧ ਜਿਹੜੇ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਵਾਲੇ ਕਰਮਕਾਂਡੀ, ਉਹ ਆਪਣੇ ਸਰੀਰ ਨੂੰ ਪਵਿੱਤਰ ਰੱਖਣ ਦੇ ਵਿੱਚ ਹੀ ਲੱਗ ਗਏ। ਇਸ ਤਰੀਕੇ ਦੇ ਨਾਲ ਸਾਰੇ ਹੀ ਸਤਿਗੁਰੂ ਕਹਿੰਦੇ ਦੇਵਤੇ ਦੈਤ ਜੋ ਸੰਸਾਰ ਦੇ ਜੀਵ ਸਾਰੇ ਹੀ ਅਸੀਂ ਦੇਖੇ, ਸਾਰਿਆਂ ਨੂੰ ਘੋਖ ਕਰਕੇ ਦੇਖਿਆ। ਕਉ ਨਾ ਦੇਖੀਅਤ ਪ੍ਰਾਣਪਤੀ ਕੇ, ਕਿ ਸਾਨੂੰ ਕੋਈ ਵੀ ਅਜਿਹਾ ਨਹੀਂ ਦਿਖਿਆ ਜਿਸ ਨੇ ਉਸ ਪ੍ਰਾਣਪਤੀ ਨੂੰ ਦੇਖਿਆ ਹੋਵੇ, ਪ੍ਰਾਣਪਤੀ ਦੀ ਕੋਈ ਗੱਲ, ਪਰਮੇਸ਼ਰ ਦੀ ਕੋਈ ਗੱਲ ਕਰਦਾ ਹੋਵੇ, ਐਸਾ ਸਾਨੂੰ ਨਹੀਂ ਲੱਭਾ ਕੋਈ। ਸ਼੍ਰੀ ਭਗਵਾਨ ਕੀ ਭਾਈ ਕਿਰਪਾ ਹੂੰ ਤੇ। ਸ਼੍ਰੀ ਭਗਵਾਨ, ਸ਼੍ਰੀ ਜਿਹੜਾ ਸ੍ਰੇਸ਼ਟ ਭਗਵਾਨ ਅਥਵਾ ਮਾਇਆ ਦਾ ਪਤੀ ਜਿਹੜਾ ਭਗਵਾਨ ਪਰਮੇਸ਼ਰ ਹੈ, ਕੀ ਭਾਏ ਕਿਰਪਾ ਹੂੰ ਤੇ, ਉਸ ਪਰਮੇਸ਼ਰ ਦੀ ਕਿਰਪਾ ਜੇ ਕਰਕੇ ਭਾਏ ਭਾਵ ਭਾਵਨਾ ਤੋਂ ਬਿਨਾਂ, ਕਿਰਪਾ ਤੋਂ ਬਿਨਾਂ, ਅਤੇ ਰਤੀ ਬਿਨ, ਕਿ ਉਸ ਪਰਮੇਸ਼ਰ ਦੇ ਪ੍ਰੇਮ ਤੋਂ, ਰਤੀ ਭਾਵ ਪ੍ਰੇਮ ਤੋਂ ਬਿਨਾਂ, ਇਹਨਾਂ ਦੀ ਜਿਹੜੀ ਹਾਲਤ ਹੈ ਨਾ ਉਹ ਅੱਗੇ ਫਰਮਾਉਂਦੇ ਹਨ। ਏਕ ਰਤੀ ਬਿਨ ਏਕ ਰਤੀ ਕੇ। ਏਕ ਰਤੀ ਬਿਨ ਏਕ ਰਤੀ ਕੇ, ਪਹਿਲੀ ਜਿਹੜੀ ਰਤੀ ਹੈ ਇਸ ਨੂੰ ਪੋਲਾ ਪੜ੍ਹਨਾ ਹੈ ਤੇ ਦੂਸਰੇ ਨੂੰ ਦਬਾ ਕਰਕੇ ਰੱਤੀ ਪੜ੍ਹਨਾ ਹੈ। ਇਸ ਪ੍ਰਕਾਰ ਸਤਿਗੁਰੂ ਬਖਸ਼ਿਸ਼ ਕਰਦੇ ਹਨ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਜੇਕਰ ਉਸ ਪਰਮੇਸ਼ਰ ਦੀ ਭਾਏ ਭਾਵ ਭਾਵਨਾ ਅਤੇ ਕਿਰਪਾ ਨਹੀਂ ਨਾ ਪ੍ਰਾਪਤ ਹੋਈ, ਜੇਕਰ ਇਹਨਾਂ ਦੇ ਵਿੱਚੋਂ ਕਿਸੇ ਨੂੰ ਵੀ ਏਕ ਰਤੀ ਬਿਨ, ਤੇ ਉਸ ਪਰਮੇਸ਼ਰ ਦਾ ਰਤੀ ਪ੍ਰੇਮ ਵੀ ਕਿਸੇ ਨੂੰ ਜੇਕਰ ਨਾ ਪ੍ਰਾਪਤ ਹੋਇਆ, ਇਹ ਕਿਸੇ ਨੇ ਵੀ ਜੇਕਰ ਇਹਨਾਂ ਦੇ ਵਿੱਚੋਂ ਜਿਹੜੇ ਉੱਪਰ 10 ਆਏ ਹਾਂ, ਜੇਕਰ ਇਹਨਾਂ ਦੇ ਵਿੱਚੋਂ ਕਿਸੇ ਨੇ ਵੀ ਪਰਮੇਸ਼ਰ ਦੇ ਨਾਲ ਪ੍ਰੇਮ ਨਾ ਕੀਤਾ, ਪਰਮੇਸ਼ਰ ਦੇ ਨਾਲ ਭਾਵਨਾ ਨਾ ਲਾਈ, ਪਰਮੇਸ਼ਰ ਦੀ ਕਿਰਪਾ ਪ੍ਰਾਪਤ ਨਾ ਕੀਤੀ, ਏਕ ਰਤੀ ਬਿਨ
ਏਕ ਰੱਤੀ ਕੇ, ਜਿਹੜੀ ਰੱਤੀ ਹੁੰਦੀ ਹੈ ਨਾ, ਬਿਲਕੁਲ ਇੱਕ ਤੋਲ ਹੁੰਦਾ ਹੈ ਰੱਤੀ, ਕਿ ਇਹ ਰੱਤੀ ਦੇ ਬਰਾਬਰ ਹਨ। ਕਿਤਨੀ ਕੁ ਹੁੰਦੀ ਹੈ ਰੱਤੀ? ਇਹ ਰੱਤੀ ਦੇ ਬਰਾਬਰ ਹਨ। ਸਤਿਗੁਰੂ ਕਹਿੰਦੇ ਇਹ ਜਿਤਨੇ ਮਰਜ਼ੀ ਕਰਮ ਕਰ ਲੈਣ, ਜਿਤਨੇ ਦੇਵੀ ਦੇਵਤੇ, ਸਰੇਵੜੇ, ਸੁੱਧ ਸਮੂਹ, ਸਿੱਧਾਂ ਦੇ ਸਮੂਹ, ਸੰਤ ਸਮੂਹ ਜਿਤਨੇ ਵੀ ਹਨ ਨਾ, ਜੇਕਰ ਇਹ ਪਰਮੇਸ਼ਰ ਦੇ ਨਾਲ ਭਾਵਨਾ ਨਹੀਂ ਇਹਨਾਂ ਦੀ ਲੱਗੀ, ਪਰਮੇਸ਼ਰ ਦੀ ਕਿਰਪਾ ਨਹੀਂ ਪ੍ਰਾਪਤ ਹੋਈ, ਤੇ ਪਰਮੇਸ਼ਰ ਦਾ ਪ੍ਰੇਮ ਇਹਨਾਂ ਨੂੰ ਨਹੀਂ ਲੱਗਾ, ਏਕ ਰੱਤੀ ਬਿਨ, ਇੱਕ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾ, ਏਕ ਰੱਤੀ ਕੇ, ਇਹਨਾਂ ਦੀ ਇਤਨੀ ਇੱਕ ਹਸਤੀ ਹੈ ਕਿ ਜਿਤਨੀ ਇੱਕ ਰੱਤੀ ਹੁੰਦੀ ਹੈ। ਇੱਕ ਰੱਤੀ ਜਿੰਨੀ ਹਸਤੀ ਭਾਵ ਪਰਮੇਸ਼ਰ ਦੇ ਕੋਈ ਵੀ ਹਸਤੀ ਇਹ ਨਹੀਂ ਰੱਖਦੇ ਜੇਕਰ ਇਹਨਾਂ ਨੇ ਪਰਮੇਸ਼ਰ ਨਾਲ ਪ੍ਰੇਮ ਨਹੀਂ ਕੀਤਾ। ਮਾਤੇ ਮਤੰਗ ਜਰੇ ਜਰ ਸੰਗ। ਮਾਤੇ ਜਿਹੜੇ ਮਸਤ ਮਤੰਗ ਹਾਥੀ, ਮਾਤੇ ਮਤੰਗ ਜਰੇ ਜਰ ਸੰਗ, ਤੇ ਜੜੇ ਹੋਏ ਜਰ ਸੰਗ, ਜਿਹੜੇ ਸੋਨੇ ਦੇ ਨਾਲ ਜੜੇ ਹੋਏ ਹਾਥੀ ਹੋਣ ਜੇਕਰ ਕਿਸੇ ਕੋਲ, ਮਾਤੇ ਮਤੰਗ ਜਿਹੜੇ ਮਸਤ ਹਾਥੀ, ਮਸਤ ਚਾਲ ਝੂਲਦੇ ਹੋਏ ਹਾਥੀ ਜਿਹੜੇ ਹੋਣ ਜੇਕਰ ਕਿਸੇ ਦੇ ਕੋਲ। ਅਨੂਪ ਉਤੰਗ ਸੁਰੰਗ ਸਵਾਰੇ। ਅਨੂਪ ਬੜੇ ਹੀ ਸੁੰਦਰ ਉਤੰਗ ਜਿਹੜੇ ਹਾਥੀ, ਸੁਰੰਗ ਸਵਾਰੇ, ਸੋਹਣੇ ਰੰਗਾਂ ਦੇ ਨਾਲ ਜੇਕਰ ਕਿਸੇ ਨੇ ਆਪਣੇ ਹਾਥੀ ਸਵਾਰੇ ਹੋਣ, ਜੇਕਰ ਕਿਸੇ ਦੇ ਪਾਸ ਸੁੰਦਰ ਤਕੜੇ ਸੋਹਣੇ ਉਹਨਾਂ ਨੂੰ ਸਜਾਇਆ ਹੋਵੇ ਸ਼ਸਤਰਾਂ ਦੇ ਨਾਲ, ਅਥਵਾ ਸੁਰੰਗ ਉਹਨਾਂ ਦੇ ਉੱਪਰ ਰੰਗਾਂ ਦੇ ਨਾਲ ਉਸ ਨੂੰ ਸਜਾਇਆ ਹੋਵੇ, ਐਸੇ ਸੁੰਦਰ ਹਾਥੀ ਹੋਣ ਜੇਕਰ ਕਿਸੇ ਕੋਲ। ਕੋਟ ਤੁਰੰਗ ਕੁਰੰਗ ਸੇ ਕੂਦਤ। ਅਤੇ ਜੇਕਰ ਕਿਸੇ ਦੇ ਪਾਸ ਕੋਟ ਤੁਰੰਗ, ਕਰੋੜਾਂ ਹੀ ਤੁਰੰਗ ਜਿਹੜੇ ਘੋੜੇ ਹੋਣ, ਤੇ ਮਾੜੇ ਮੋਟੇ ਘੋੜੇ ਨਹੀਂ, ਕਿਹੋ ਜਿਹੇ? ਕੁਰੰਗ ਸੇ ਕੂਦਤ, ਸੇ ਭਾਵ ਤਰ੍ਹਾਂ, ਕੁਰੰਗ ਭਾਵ ਹਿਰਨ, ਕੁਰੰਗ ਸੇ ਕੂਦਤ, ਹਿਰਨ ਦੀ ਤਰ੍ਹਾਂ ਉਹ ਛਾਲਾਂ ਮਾਰਦੇ ਹੋਣ, ਐਸੇ ਤਕੜੇ ਘੋੜੇ ਹੋਣ ਜੇਕਰ ਕਰੋੜਾਂ ਹੀ ਕਿਸੇ ਦੇ ਪਾਸ। ਪੌਨ ਕੇ ਗੌਨ ਕੋ ਜਾਤ ਨਿਵਾਰੇ। ਅਤੇ ਢਿੱਲੇ ਮੱਠੇ ਘੋੜੇ ਨਹੀਂ, ਇਤਨੇ ਤੇਜ, ਪੌਣ ਕੇ ਗੌਣ ਕੋ, ਪੌਣ ਭਾਵ ਹਵਾ ਦੇ, ਗੌਣ ਭਾਵ ਰਫਤਾਰ ਕੋ, ਜਾਤ ਨਿਵਾਰੇ, ਕਿ ਉਸ ਨੂੰ ਵੀ ਪਿੱਛੇ ਛੱਡਦੇ ਜਾਣ। ਕਹਿਣ ਤੋਂ ਭਾਵ ਹਵਾ ਤੋਂ ਵੀ ਤੇਜ਼ ਘੋੜੇ ਹੋਣ ਜੇਕਰ ਕਿਸੇ ਪਾਸ, ਕਿ ਜਿਹੜੇ ਇਤਨੀ ਤੇਜ਼ ਦੌੜਨ ਕਿ ਹਵਾ ਨੂੰ ਵੀ ਪਿੱਛੇ ਛੱਡ ਦੇਣ, ਜੇਕਰ ਕਰੋੜਾਂ ਹੀ ਘੋੜੇ ਕਿਸੇ ਦੇ ਪਾਸ ਇਤਨੇ ਹੋਣ। ਭਾਰੀ ਭੁਜਾਨ ਕੇ ਭੂਪ ਭਲੀ ਬਿਦ। ਅਤੇ ਜੇਕਰ ਭਾਰੀ ਭੁਜਾਨ ਕੇ ਭੂਪ, ਜਿਹੜੇ ਰਾਜੇ ਭੂਪ, ਭਾਰੀ ਭੁਜਾਨ, ਭਾਰੀਆਂ ਭੁਜਾਂ ਵਾਲੇ, ਭਾਰੀ ਬਾਹਾਂ ਵਾਲੇ, ਜ਼ੋਰਦਾਰ ਬਾਜੂਆਂ ਵਾਲੇ, ਭੂਪ ਭਲੀ ਬਿਦ, ਇਸ ਪ੍ਰਕਾਰ ਨਾਲ ਭਲੀ ਬਿਦ, ਚੰਗੇ ਤਰੀਕੇ ਦੇ ਨਾਲ ਉਹਨਾਂ ਨੇ ਆਪਣਾ ਸਰੀਰ ਸੋਧਿਆ ਹੋਵੇ, ਅਥਵਾ ਭੂਪ ਭਲੀ ਬਿਦ, ਚੰਗੇ ਤਰੀਕੇ ਦੇ ਨਾਲ ਉਹ ਆਪਣਾ ਰਾਜ ਭਾਗ ਚਲਾਉਂਦੇ ਹੋਣ। ਭਾਰੀ ਭੁਜਾਨ ਕੇ ਭੂਪ ਭਲੀ ਬਿਦ, ਬੜੇ ਤਕੜੇ ਜੇਕਰ ਕੋਈ ਰਾਜੇ ਹੋਵੇ। ਨਿਆਵਤ ਸੀਸ ਨਾ ਜਾਤ ਵਿਚਾਰੇ। ਨਿਆਵਤ ਸੀਸ, ਅਤੇ ਉਹ ਇਸ ਪ੍ਰਕਾਰ ਸੀਸ ਜੇਕਰ ਨਵਾਉਣ ਪਰਮੇਸ਼ਰ ਦੇ ਅੱਗੇ, ਮਨ ਵੀ ਆਪਣਾ ਸੀਸ ਨਵਾਉਣ ਜੇਕਰ ਪਰਮੇਸ਼ਰ ਦੇ ਅੱਗੇ, ਨਾ ਜਾਤ ਵਿਚਾਰੇ। ਉਹ ਵਿਚਾਰੇ ਵਿਚਾਰ ਕਰਕੇ ਹੀ ਨਹੀਂ ਦੱਸੇ ਜਾ ਸਕਦੇ। ਸਤਿਗੁਰੂ ਕਹਿੰਦੇ ਵੀ ਗਿਣਤੀ ਕਰਕੇ ਹੀ ਦੱਸੇ ਜਾ ਸਕਦੇ ਇਤਨੇ। ਇਹ ਤਾਂ ਬਹੁਤ ਇਹਨਾਂ ਦੀ ਤਰ੍ਹਾਂ ਜੇਕਰ ਇਹ ਬਹੁਤ ਹੀ ਰਾਜੇ ਵੀ ਆਪਣੇ ਆਪ 'ਚ ਤਕੜੇ ਹੋਣ। ਇਤੇ ਭਏ ਤੋ ਕਹਾ ਪਏ ਭੂਪਤ। ਇਤੇ ਭਏ ਤੋ ਕਹਾ ਪਏ, ਇਤੇ ਭਏ ਭੂਪਤ, ਜੇ ਇਤਨੇ ਰਾਜੇ ਵੀ ਹੋਣ ਵੀ ਜਿਹੜੇ ਗਿਣੇ ਹੀ ਨਾ ਜਾਣ, ਅਤੇ ਇਹੋ ਜਿਹੇ ਤਕੜੇ ਰਾਜੇ ਹੋਣ, ਉਹਨਾਂ ਦੀਆਂ ਬਾਹਾਂ ਦੇ ਅੰਦਰ ਬੜਾ ਬਲ ਹੋਵੇ, ਸ੍ਰੇਸ਼ਟ ਬਲ ਵਾਲੇ ਹੋਣ, ਅਤੇ ਉਹਨਾਂ ਦੇ ਪਾਸ ਤਕੜੇ ਹਾਥੀ, ਸੁੰਦਰ ਸਜਾਏ ਹੋਏ ਤਕੜੇ ਹਾਥੀ, ਤੇ ਹਵਾ ਦੀ ਰਫ਼ਤਾਰ ਨਾਲ ਚੱਲਣ ਵਾਲੇ ਘੋੜੇ ਹੋਣ, ਇਤਨੇ ਰਾਜੇ ਵੀ ਹੋਣ ਜੇਕਰ, ਤੋ ਕਹਾਂ ਭਏ, ਕੀ ਹੋਇਆ ਫਿਰ ਜੇ ਹੋਣ ਤਾਂ? ਇਤੇ ਪਏ ਤੋ ਕਹਾਂ ਪਏ, ਫਿਰ ਕੀ ਹੋ ਗਿਆ ਜੇ ਇਤਨੇ ਰਾਜੇ ਜੇਕਰ ਹੋ ਵੀ ਗਏ ਤਕੜੇ। ਭੂਪਤ ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਪਰ ਅੰਤ ਕੋ ਅੰਤਲੇ ਸਮੇਂ ਤਾਂ ਨਾਂਗੇ ਹੀ ਪਾਏ ਪਧਾਰੇ, ਨੰਗੇ ਪੈਰੀ ਹੀ ਫਿਰ ਇਹਨਾਂ ਨੂੰ ਜਾਣਾ ਪਵੇਗਾ। ਸਤਿਗੁਰੂ ਕਹਿੰਦੇ ਇਤੇ ਪਏ ਤੋ ਕਹਾਂ ਪਏ ਭੂਪਤ, ਕੀ ਹੋ ਗਿਆ ਜੇ ਇਤਨੇ ਤਕੜੇ ਰਾਜੇ ਹੋ ਤੁਸੀਂ, ਇਤਨੇ ਤੁਹਾਡੇ ਪਾਸ ਹਾਥੀ ਤਕੜੇ ਘੋੜੇ ਹਨ, ਅੰਤ ਕੋ ਨਾਂਗੇ ਹੀ ਪਾਏ ਪਧਾਰੇ। ਅੰਤ ਦੇ ਸਮੇਂ ਸਤਿਗੁਰੂ ਕਹਿੰਦੇ ਵੀ ਜਾਣਾ ਤਾਂ ਨੰਗੇ ਪੈਰੀ ਹੀ ਹੈ। ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ, ਜਿਨ੍ਹਾਂ ਦੇ ਪਾਸ ਲੱਖਾਂ ਕਰੋੜਾਂ, ਜਿਨਕੇ ਲੱਖ, ਜਿਨ੍ਹਾਂ ਦੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਉਹਨਾਂ ਦੇ ਸੰਬੰਧੀ ਲੱਖਾਂ ਕਰੋੜਾਂ ਸਨ, ਅਥਵਾ ਜਿਨ੍ਹਾਂ ਕੋਲ ਲੱਖਾਂ ਕਰੋੜਾਂ ਧਨ ਦੌਲਤ ਅਥਵਾ ਮਹਿਲ ਮਾੜੀਆਂ ਸਨ,
ਨਾਂਗੇ ਪਾਵੋਂ ਤੇ ਗਏ, ਉਹ ਵੀ ਨੰਗੇ ਪੈਰੀ ਹੀ ਇਸ ਸੰਸਾਰ ਤੋਂ ਗਏ ਅਖੀਰ ਸਮੇਂ। ਕਿਉਂਕਿ ਜਿਸ ਸਮੇਂ ਮਨੁੱਖ ਜੰਮਦਾ ਹੈ ਉਹ ਇੱਕ ਸਰੀਰ ਲੈ ਕੇ ਆਉਂਦਾ ਹੈ ਨਾਲ, ਪਰ ਅੰਤ ਦੇ ਸਮੇਂ ਤਾਂ ਉਹ ਸਰੀਰ ਵੀ ਇੱਥੇ ਹੀ ਰਹਿ ਜਾਂਦਾ ਹੈ ਨਾ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਤੇ ਅੰਤ ਦੇ ਸਮੇਂ ਆਪਾਂ ਫਿਰ ਉਸ ਮੁਰਦਾ ਦੇਹ ਦੇ ਉੱਪਰ ਵਸਤਰ ਪਾਉਣੇ ਹਾਂ, ਵੰਨ ਸਵੰਨੇ ਉੱਪਰ ਕੰਬਲ ਖੇਸ ਵੀ ਰੱਖਦੇ ਹਾਂ, ਕਿਤਨਾ ਕੁਛ ਉਸ ਦੇ ਹਾਰ ਸ਼ਿੰਗਾਰ ਕਰਕੇ ਤੇ ਫਿਰ ਉਸ ਨੂੰ ਲਾਂਬੂ ਲਾਈਦਾ ਹੈ। ਪਰ ਸਾਧ ਸੰਗਤ ਉਹ ਸਾਰੇ ਇੱਥੇ ਹੀ ਸੜਨੇ ਹਨ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜਾਣਾ ਤਾਂ ਨੰਗੇ ਪੈਰੀ ਹੀ ਹੈ, ਭਾਵ ਪੱਲੇ ਕੁਛ ਵੀ ਇਹਨਾਂ ਨੇ ਲੈ ਕੇ ਨਹੀਂ ਜਾਣਾ, ਭਾਵੇਂ ਲੱਖ ਕਰੋੜ ਹੀ ਇਹਨਾਂ ਦੇ ਪਾਸ ਕੋਈ ਵਸਤੂਆਂ ਹੋਣ। ਇਤੇ ਭਏ ਤੂੰ ਕਹਾਂ ਭਏ ਭੂਪਤ, ਵੀ ਭਾਵੇਂ ਹੋਣ ਜਿਤਨੇ ਮਰਜ਼ੀ, ਕੀ ਹੋ ਗਿਆ ਜਿਤਨੇ ਤਕੜੇ ਰਾਜੇ ਹਨ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਅੰਤ ਦੇ ਸਮੇਂ ਸਤਿਗੁਰੂ ਕਹਿੰਦੇ ਕਿ ਜਾਣਾ ਤਾਂ ਨੰਗੇ ਪੈਰੀ ਹੀ ਪਵੇਗਾ। ਜੀਤ ਫਿਰੈ ਸਭ ਦੇਸ ਦਿਸਾਨ ਕੋ। ਅਜਿਹੇ ਸਤਿਗੁਰੂ ਅੱਗੇ ਤੀਸਰੀ ਪੌੜੀ ਦੇ ਅੰਦਰ ਬਖਸ਼ਿਸ਼ ਕਰਦੇ ਹਨ, ਤੀਸਰੇ ਸਵਈਏ ਦੇ ਅੰਦਰ, ਜੀਤ ਫਿਰੈ ਸਭ ਦੇਸ ਦਿਸਾਨ ਕੋ। ਐਸੇ ਜੇ ਰਾਜੇ ਹੋਣ, ਸਭ ਦੇਸ਼, ਸਾਰੇ ਹੀ ਦੇਸ਼ਾਂ ਦੇਸ਼ਾਂਤਰਾਂ ਨੂੰ ਜੇਕਰ ਉਹਨਾਂ ਨੇ ਜਿੱਤਿਆ ਹੋਵੇ, ਉਹਨਾਂ ਨੇ ਆਪਣਾ ਰਾਜ ਕਾਇਮ ਕੀਤਾ ਹੋਵੇ, ਜੀਤ ਫਿਰੈ ਸਭ ਦੇਸ਼ ਦਿਸਾਨ ਕੋ, ਉਹਨਾਂ ਨੇ ਸਾਰੇ ਹੀ ਦੇਸ਼ਾਂ ਨੂੰ ਜਿੱਤ ਲਿਆ ਹੋਵੇ, ਅਥਵਾ ਜੀਤ ਫਿਰੈ ਸਭ ਦੇਸ਼ ਦਿਸਾਨ, ਦੇਸ਼ਾਂ ਦੇਸ਼ਾਂਤਰਾਂ ਨੂੰ ਉਹਨਾਂ ਨੇ ਫਿਰ ਕਰਕੇ ਦੇਖ ਲਿਆ ਹੋਵੇ, ਜਿੱਤ ਲਿਆ ਹੋਵੇ, ਅਤੇ ਦੇਸ਼ ਦਿਸ਼ਾਨ ਅਤੇ ਦਸਾਂ ਦਿਸ਼ਾਵਾਂ ਦੇ ਅੰਦਰ ਉਹਨਾਂ ਨੇ ਫਿਰ ਕਰਕੇ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ। ਕਿਉਂਕਿ ਦਿਸ਼ਾਵਾਂ ਹਨ 4 ਅਤੇ ਉਪ ਦਿਸ਼ਾਵਾਂ 4, 8 ਹੋ ਗਈਆਂ, ਅਤੇ 2 ਜਿਹੜੀਆਂ ਇੱਕ ਤਾਂ ਨੂੰ ਦਿਸ਼ਾ ਤੇ ਇੱਕ ਥੱਲੇ ਪਾਸੇ ਧਰਤੀ ਵੱਲ ਨੂੰ, ਇਸ ਪ੍ਰਕਾਰ 10 ਦਿਸ਼ਾਵਾਂ ਹੋ ਗਈਆਂ। ਤੇ ਜੇਕਰ ਸਤਿਗੁਰੂ ਕਹਿੰਦੇ 10 ਦਿਸ਼ਾਵਾਂ ਦੇ ਵਿੱਚ ਹੀ ਉਹਨਾਂ ਨੇ ਆਪਣਾ ਰਾਜ ਕਾਇਮ ਕਰ ਲਿਆ ਹੋਵੇ, ਜਿੱਤ ਲਿਆ ਹੋਵੇ, 8 4 ਦਿਸ਼ਾਵਾਂ, 4 ਉਪ ਦਿਸ਼ਾਵਾਂ, ਅਤੇ ਸਤਿਗੁਰੂ ਕਹਿੰਦੇ ਅਸਮਾਨ ਦਾ ਰਾਜ ਵੀ, ਅਸਮਾਨ ਦੇ ਅੰਦਰ ਵੀ ਉਹਨਾਂ ਨੇ ਜਿੱਤ ਪ੍ਰਾਪਤ ਕਰ ਲਈ ਹੋਵੇ, ਤੇ ਜ਼ਮੀਨ ਦਾ ਪਤਾਲ ਦੇ ਅੰਦਰ ਵੀ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੋਵੇ, ਸਾਰੇ ਦੇਸ਼ ਉਹਨਾਂ ਨੇ ਜਿੱਤੇ ਹੋਣ। ਫਿਰੈ ਭਾਵ ਇਹ ਸਾਰੇ ਇਹਨਾਂ ਨੇ ਫਿਰ ਕਰਕੇ ਵੀ ਦੇਖ ਲਿਆ ਹੋਵੇ, ਸਾਰੇ ਇਹਨਾਂ ਨੇ ਜਿੱਤ ਲਏ ਹੋਣ। ਬਾਜਤ ਢੋਲ ਮ੍ਰਿਦੰਗ ਨਗਾਰੇ। ਬਾਜਤ ਢੋਲ, ਤੇ ਇਹ ਫਿਰ ਜਿੱਧਰ ਵੀ ਜਾਣ, ਵੀ ਇਤਨੇ ਤਕੜੇ ਰਾਜ, ਵੀ ਸਾਰਾ ਹੀ ਦੇਸ਼ ਹੀ ਇਹਨਾਂ ਨੇ ਸਾਰੀ ਪ੍ਰਕਾਰ ਨਾਲ ਜਿੱਤ ਲਿਆ, ਤੇ ਫਿਰ ਜਿੱਧਰ ਵੀ ਜਾਣ ਬਾਜਤ ਢੋਲ, ਇਹਨਾਂ ਦੇ ਅੱਗੇ ਅੱਗੇ ਢੋਲ ਵੱਜਦੇ ਜਾਣ, ਮ੍ਰਿਦੰਗ ਵੱਜਣ ਇਹਨਾਂ ਦੇ ਹਾਜ਼ਰੀ ਦੇ ਅੰਦਰ, ਤੇ ਨਗਾਰੇ ਵੱਜਣ ਇਹਨਾਂ ਦੇ ਆਉਣ ਦੇ ਨਾਲ। ਜਿੱਥੇ ਵੀ ਜਾਣ ਇਹਨਾਂ ਦੇ ਅੱਗੇ ਪਿੱਛੇ ਬਾਜਤ ਢੋਲ ਮ੍ਰਿਦੰਗ ਨਗਾਰੇ, ਇਸ ਪ੍ਰਕਾਰ ਨਗਾਰੇ ਤੇ ਮ੍ਰਿਦੰਗਾਂ ਵੱਜਣ। ਜੇਕਰ ਅੱਜ ਦੇ ਸਮੇਂ ਦੇ ਹਿਸਾਬ ਨਾਲ ਦੇਖ ਲਈਏ, ਅੱਜ ਤਾਂ ਢੋਲ ਮ੍ਰਿਦੰਗ ਨਗਾਰੇ ਨਹੀਂ ਨਾ ਵੱਜਦੇ। ਜੇਕਰ ਕੋਈ ਰਾਜਾ ਆਉਂਦਾ ਹੈ, ਅੱਜ ਤਾਂ ਉਹ ਹੁੱਟਰ ਜਿਹੇ ਵੱਜਦੇ ਹਨ, ਵੀ ਅੱਗੇ ਅੱਗੇ ਤੋਂ ਕਹਿ ਲਓ ਵੀ ਇਸ ਪ੍ਰਕਾਰ ਨਾਲ ਹੁੱਟਰ ਉਹਨਾਂ ਦੇ ਅੱਗੇ ਅੱਗੇ ਵੱਜਣ। ਇਹਦੇ ਤਕੜੇ ਰਾਜੇ ਜੇਕਰ ਕੋਈ ਹੋਣ। ਗੁੰਜਤ ਗੂੜ ਗਜਾਨ ਕੇ ਸੁੰਦਰ। ਅਤੇ ਉਹਨਾਂ ਦੇ ਪਾਸ ਗੁੰਜਤ ਗੂੜ ਗਜਾਨ, ਗਜਾਨ ਭਾਵ ਹਾਥੀ ਹੋਣ, ਗੂੰਜਾਂ ਪਾਉਂਦੇ ਹੋਣ। ਗੁੰਜਤ ਗੂੜ ਭਾਵ ਜਿਹੜੇ ਗੂੜ ਹਾਥੀਆਂ ਦਾ ਕਾਫਲਾ, ਜਥਾ ਭਾਵ ਹਾਥੀਆਂ ਦਾ ਝੁੰਡ ਉਹਨਾਂ ਦੇ ਪਾਸ ਹੋਵੇ, ਤੇ ਗੁੰਜਤ ਉਹ ਗੂੰਜਾਂ ਪਾਉਂਦੇ ਹੋਣ। ਗੁੰਜਤ ਗੂੜ ਗਜਾਨ ਕੇ ਸੁੰਦਰ, ਜਿਹੜੇ ਗਜਾਨ ਕੇ ਸੁੰਦਰ ਹਾਥੀ ਗੂੰਜਾਂ ਪਾਉਂਦੇ ਹੋਣ, ਤੇ ਹਾਥੀਆਂ ਦੇ ਕਾਫਲੇ ਹੋਣ, ਇੱਕ ਹਾਥੀ ਨਹੀਂ ਕਾਫਲੇ ਜਥਾ ਹੋਵੇ ਹਾਥੀਆਂ ਦਾ, ਐਸੇ ਰਾਜੇ ਹੋਣ। ਅਤੇ ਗੂੜ ਭਾਵ ਝੂਲਦੇ ਹੋਣ। ਗੁੰਜਤ ਗੂੜ ਗਜਾਨ, ਜਿਹੜੇ ਹਾਥੀ ਹਨ ਉਹ ਇਸ ਪ੍ਰਕਾਰ ਗੂੰਜਦੇ ਹੋਣ, ਗੱਜਦੇ ਹੋਣ, ਤੇ ਗੂੜ ਭਾਵ ਝੂਲਦੇ ਹੋਣ, ਇਸ ਪ੍ਰਕਾਰ ਦੇ ਨਾਲ ਮਸਤ ਚਾਲ ਚੱਲਦੇ ਹੋਣ। ਅਤੇ ਗੂੜ ਭਾਵ ਤਕੜੇ। ਗੁੰਜਤ ਗੂੜ ਗਜਾਨ, ਤਕੜੇ ਹਾਥੀ ਹੋਣ ਉਹਨਾਂ ਦੇ ਪਾਸ, ਤੇ ਇਸ ਪ੍ਰਕਾਰ ਉਹ ਗੂੰਜ ਪਾਉਂਦੇ ਹੋਣ। ਗਜਾਨ ਕੇ ਸੁੰਦਰ, ਐਸੇ ਸੁੰਦਰ ਜੇਕਰ ਹਾਥੀ ਹੋਣ ਰਾਜਿਆਂ ਦੇ ਪਾਸ। ਹਿੰਸਤ ਹੀ ਹੈ ਰਾਜ ਹਜ਼ਾਰੇ। ਅਤੇ ਹੈ ਰਾਜ ਭਾਵ ਘੋੜੇ, ਕੀਮਤੀ ਘੋੜੇ, ਵੇਸ਼ ਕੀਮਤੀ ਘੋੜੇ। ਹਿੰਸਤ ਭਾਵ ਹਿਣਕਦੇ ਹੋਣ। ਹਿੰਸਤ ਹੀ ਹੈ ਰਾਜ ਹਜ਼ਾਰੇ, ਤੇ ਉਹਨਾਂ ਦੇ ਪਾਸ ਹਜ਼ਾਰਾਂ ਹੀ ਬੇਸ਼ਕੀਮਤੀ ਘੋੜੇ ਹਿਣਕਦੇ ਹੋਣ, ਭਾਵ ਉਹਨਾਂ ਦੇ ਪਾਸ ਹੋਣ, ਉਹਨਾਂ ਦੀ ਸੈਨਾ ਦੇ ਅੰਦਰ। ਅਥਵਾ ਹਜ਼ਾਰੇ, ਜਿਹੜਾ ਹਜ਼ਾਰਾ ਦੇਸ਼ ਵੀ ਹੈ ਇੱਕ, ਕਿ ਹਜ਼ਾਰੇ ਦੇਸ਼ ਦੇ ਘੋੜੇ ਹੋਣ ਬੇਸ਼ਕੀਮਤੀ ਜਿਹੜੇ ਉਹਨਾਂ ਦੇ ਪਾਸ। ਅਥਵਾ ਹੈ ਰਾਜ, ਜਿਹੜੇ ਦਰਿਆਈ ਘੋੜੇ ਹੋਣ ਜੇਕਰ ਕਿਸੇ ਰਾਜਿਆਂ ਦੇ ਪਾਸ। ਭੂਤ ਭਵਿੱਖ ਭਵਾਨ ਕੇ ਭੂਪਤ। ਇਤਨੇ ਤਕੜੇ ਰਾਜੇ ਹੋਣ। ਭੂਤ ਕਿ ਪਿਛਲੇ ਬੀਤੇ ਹੋਏ ਸਮੇਂ ਦੇ ਅੰਦਰ ਵੀ ਉਹ ਰਾਜੇ ਹੀ ਸਨ, ਭਵਿੱਖ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹੀ ਰਾਜੇ ਰਹਿਣਗੇ।
ਤੇ ਭਵਾਨ ਕੇ ਭੂਪਤ, ਅਤੇ ਉਹ ਹੁਣ ਵਰਤਮਾਨ ਸਮੇਂ ਦੇ ਅੰਦਰ ਵੀ ਉਹ ਰਾਜੇ ਇਤਨੇ ਤਕੜੇ ਕਿ ਪਹਿਲਾਂ ਵੀ ਉਹਨਾਂ ਨੇ ਹੀ ਰਾਜ ਕੀਤਾ ਤੇ ਅੱਗੇ ਵੀ ਜੇਕਰ ਉਹੀ ਰਾਜ ਕਰਨ ਆਉਣ ਵਾਲੇ ਸਮੇਂ ਦੇ ਅੰਦਰ ਵੀ ਇਤਨੇ ਤਕੜੇ, ਜੇਕਰ ਕੋਈ ਰਾਜਾ ਕੋਈ ਤਕੜਾ ਇਤਨਾ ਹੋ ਜਾਵੇ। ਕੌਣ ਗਨੈ ਨਹੀਂ ਜਾਤ ਵਿਚਾਰੇ। ਕੌਣ ਗਣੈ, ਕੌਣ ਗਿਣ ਕੇ ਦੱਸ ਸਕਦਾ ਹੈ? ਕੌਣ ਗਣੈ ਨਹੀਂ ਜਾਤ ਵਿਚਾਰੇ, ਨਹੀਂ ਵਿਚਾਰ ਕਰਕੇ ਦੱਸੇ ਜਾ ਸਕਦੇ। ਜੇਕਰ ਕੋਈ ਇਹ ਮਾਣ ਕਰ ਲਵੇ ਨਾ ਕਿ ਮੈਂ ਹੀ ਰਾਜਾ ਤਕੜਾ ਹਾਂ, ਮੇਰੇ ਵਰਗਾ ਕੋਈ ਨਹੀਂ, ਸਤਿਗੁਰੂ ਕਹਿੰਦੇ ਕੌਣ ਗਣੈ, ਕੌਣ ਗਿਣ ਕੇ ਦੱਸ ਸਕਦਾ ਹੈ ਕਿ ਇਤਨੇ ਹੀ ਇਹ ਤਾਂ ਹੋ ਗਏ ਹਨ ਹੁਣ ਤੱਕ। ਨਹੀਂ ਜਾਤ ਵਿਚਾਰੇ, ਵਿਚਾਰ ਕਰਕੇ ਨਹੀਂ ਕੋਈ ਦੱਸ ਸਕਦਾ। ਅਥਵਾ ਕਿ ਇਤਨਾ ਤਕੜਾ ਰਾਜਾ ਹੋਵੇ, ਇਤਨੀ ਉਹਦੀ ਸੈਨਾ ਤੇ ਇਤਨਾ ਉਹਦੇ ਕੋਲ ਬਲ ਤੇ ਧਨ ਦੌਲਤ ਹੋਵੇ। ਕੌਣ ਗਣੈ ਨਹੀਂ ਜਾਤ ਵਿਚਾਰੇ, ਕੋਈ ਗਿਣ ਕੇ ਵਿਚਾਰ ਕਰਕੇ ਨਾ ਨਹੀਂ ਦੱਸ ਸਕਦਾ ਇਤਨਾ ਕੋਈ ਜੇਕਰ ਤਕੜਾ ਰਾਜਾ ਹੋ ਜਾਵੇ। ਸ਼੍ਰੀ ਪਤ ਸ਼੍ਰੀ ਭਗਵਾਨ ਭਜੇ ਬਿਨ। ਪਰ ਸਤਿਗੁਰੂ ਬਖਸ਼ਿਸ਼ ਕਰਦੇ ਇਤਨੀਆਂ ਉਹਦੇ ਕੋਲ ਦਾਤਾਂ ਹੋਣ। ਸ੍ਰੀ ਪਤ, ਸ੍ਰੀ ਭਗਵਾਨ ਭਜੇ ਬਿਨ। ਸ੍ਰੀ ਪਤ ਜਿਹੜਾ ਮਾਇਆ ਦਾ ਪਤੀ ਮਾਲਕ ਜੋ ਪਰਮੇਸ਼ਰ ਹੈ, ਸ੍ਰੀ ਭਗਵਾਨ ਜਿਹੜਾ ਸ੍ਰੇਸ਼ਟ ਸੁਭਾਏਮਾਨ ਭਗਵਾਨ ਹੈ, ਭਜੇ ਬਿਨ ਉਸ ਦਾ ਭਜਨ ਸਿਮਰਨ ਕੀਤੇ ਤੋਂ ਬਿਨਾ ਅੰਤ ਕਉ ਅੰਤਲੇ ਸਮੇਂ ਅੰਤ ਕੇ ਧਾਮ ਸਿਧਾਰੇ। ਪੜ੍ਹ ਦਿਓ ਜੀ। ਕਉ ਅੰਤ ਕੇ ਧਾਮ ਸਿਧਾਰੇ। ਅੰਤ ਕੇ ਧਾਮ ਸਿਧਾਰੇ, ਅੰਤ ਕੇ ਪਾਠ ਇਕੱਠਾ ਹੈ। ਅੰਤ ਕੇ ਧਾਮ ਜਿਹੜਾ ਉਸ ਧਰਮਰਾਜੇ ਦਾ ਧਾਮ ਜਿਹੜਾ ਨਿਵਾਸ ਹੈ ਨਾ, ਧਰਮਰਾਜੇ ਦੀ ਕਚਹਿਰੀ, ਉੱਥੇ ਇਹਨਾਂ ਦਾ ਨਿਵਾਸ ਹੋਵੇਗਾ। ਜੇਕਰ ਭਜਿਆ ਨਹੀਂ, ਭਜਨ ਨਹੀਂ ਕੀਤਾ, ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਉਸ ਦਾ ਜੇਕਰ ਭਜਨ ਨਹੀਂ ਕੀਤਾ, ਜੇਕਰ ਇਤਨੇ ਰਾਜੇ ਵੀ ਹੋ ਗਏ, ਜੇਕਰ ਸਤਿਗੁਰੂ ਜਪਜੀ ਸਾਹਿਬ ਦੇ ਅੰਦਰ ਸਤਿਗੁਰ ਫਰਮਾਉਂਦੇ ਹਨ ਕਿ ਕਰੋੜਾਂ ਹੀ ਸਾਲ ਉਮਰ ਹੋ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਜੇ 4 ਯੁਗ ਉਮਰ ਹੋ ਜਾਵੇ ਕਿਸੇ ਦੀ, ਹੋਰ ਦਸੂਣੀ ਇਸ 4 ਯੁਗਾਂ ਤੋਂ ਵੀ 10 ਗੁਣਾ ਉਸ ਨੂੰ ਉਮਰ ਪ੍ਰਾਪਤ ਹੋ ਜਾਵੇ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ। ਤੇ 9 ਖੰਡਾਂ ਦੇ ਧਰਤੀ ਦੇ 9 ਖੰਡ, 9 ਖੰਡਾਂ ਦੇ ਵਿੱਚ ਉਸ ਦਾ ਰਾਜ ਹੋਵੇ ਤੇ ਨਾਲ ਚੱਲੈ ਸਭ ਕੋਏ, ਸਾਰੇ ਉਸ ਦੇ ਮਗਰ ਚੱਲਣ, ਸਾਰੇ ਹੀ ਉਸ ਦੀ ਹਾਮੀ ਭਰਨ। ਨਵਾਂ ਖੰਡਾਂ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ। ਜਗਤ ਦੀ ਜਸ ਕੀਰਤੀ ਉਹ ਪ੍ਰਾਪਤ ਕਰ ਲੈਣ। ਪਰ ਸਤਿਗੁਰੂ ਕਹਿੰਦੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕਿ। ਜੇਕਰ ਉਸ ਪਰਮੇਸ਼ਰ ਦੀ ਨਦਰੀ ਹੇਠ ਨਹੀਂ ਨਾ ਆਏ, ਉਸ ਪਰਮੇਸ਼ਰ ਦੀ ਇਹਨਾਂ ਨੇ ਨਦਰ ਪ੍ਰਾਪਤ ਨਹੀਂ ਕੀਤੀ, ਤਾਂ ਪਰਲੋਕ ਦੇ ਅੰਦਰ ਬਾਤ ਨਾ ਪੁੱਛੈ ਕਿ। ਕੋਈ ਉਹਨਾਂ ਦੀ ਫਿਰ ਬਾਤ ਵੀ ਨਹੀਂ ਪੁੱਛਦਾ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ, ਪਰਮੇਸ਼ਰ ਦਾ ਭਜਨ ਕਰਨ ਤੋਂ ਬਿਨਾਂ ਜੇਕਰ ਉਹਨਾਂ ਨੇ ਭਜਨ ਨਹੀਂ ਕੀਤਾ ਨਾ, ਇਤਨੇ ਸੁੰਦਰ ਘੋੜੇ ਹਾਥੀ ਉਹਨਾਂ ਦੇ ਪਾਸ, ਇਤਨਾ ਤਕੜਾ ਉਹਨਾਂ ਦਾ ਰਾਜ ਹੋਵੇ, ਢੋਲ ਮਰਦੰਗ ਨਗਾਰੇ ਵੱਜਣ ਉਹਨਾਂ ਦੇ ਆਉਣ ਜਾਣ ਤੇ। ਬਖਸ਼ਿਸ਼ ਕਰਦੇ ਹਨ ਸਤਿਗੁਰੂ। ਅੰਤ ਕਉ ਅੰਤ ਕੇ ਧਾਮ ਸਿਧਾਰੇ। ਅੰਤ ਕਉ ਅੰਤ ਦੇ ਸਮੇਂ, ਅੰਤ ਵੇਲੇ, ਮੌਤ ਵੇਲੇ, ਅੰਤ ਕੇ ਧਾਮ ਸਿਧਾਰੇ। ਅਖੀਰਲਾ ਧਾਮ ਕਿਹੜਾ ਹੈ? ਧਰਮ ਰਾਜਾ। ਭਾਵ ਧਰਮਰਾਜ ਜਮਦੂਤਾਂ ਦੇ ਵਸ ਪੈਣਗੇ ਅਥਵਾ ਉਹ ਨਰਕਾਂ ਨੂੰ ਹੀ ਜਾਣਗੇ ਜੇਕਰ ਉਹਨਾਂ ਨੇ ਭਜਨ ਨਹੀਂ ਕੀਤਾ ਪਰਮੇਸ਼ਰ ਦਾ। ਤੀਰਥ ਨਿਰਾਨ ਦਿਆ ਦਮਦਾਨ। ਅਤੇ ਹੁਣ ਅੱਗੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਤੀਰਥ ਨਹਾਣ। ਜੇਕਰ ਕੋਈ 68 ਤੀਰਥਾਂ ਦੇ ਇਸ਼ਨਾਨ ਵੀ ਕਰ ਲਵੇ, ਇੱਕ ਵਾਰ ਨਹੀਂ ਬਾਰ-ਬਾਰ ਕਰ ਲਵੇ, ਤੀਰਥ ਨਹਾਣ, ਦਇਆ ਦਮਦਾਨ, ਅਤੇ ਫਿਰ ਤੀਰਥਾਂ 'ਤੇ ਜਾ ਕਰਕੇ ਇਸ਼ਨਾਨ ਕਰਕੇ ਤੇ ਦਇਆ ਕਰੇ ਅਤੇ ਦਮਦਾਨ, ਦਮੜੀਆਂ ਦਾ ਦਾਨ ਵੀ ਦੇਵੇ ਉੱਥੇ ਜਾ ਕਰਕੇ। ਇਸ ਪ੍ਰਕਾਰ ਕੋਈ ਦਾਨੀ ਹੋਵੇ, ਤੀਰਥਾਂ 'ਤੇ ਨਹਾਉਂਦਾ ਹੋਵੇ, ਇਸ਼ਨਾਨ ਕਰਦਾ ਹੋਵੇ। ਦਇਆ ਦਮਦਾਨ ਭਾਵ ਦਮ ਸਵਾਸ, ਜੇਕਰ ਕੋਈ ਆਪਣੇ ਸਵਾਸਾਂ ਦਾ ਵੀ ਦਾਨ ਦੇ ਦੇਵੇ, ਭਾਵ ਬਲੀ ਦੇ ਦੇਵੇ, ਇਸ ਪ੍ਰਕਾਰ ਦੇ ਨਾਲ ਸੁਸੰਜਮ ਨੇਮ ਅਨੇਕ ਬਿਸੇਖੈ। ਸੋ ਅਤੇ ਇਹ ਤੀਰਥਾਂ ਦਾ ਇਸ਼ਨਾਨ ਕਰੇ, ਕੋਈ ਦਇਆ ਕਰਦਾ ਹੋਵੇ ਬਹੁਤ ਜੀਆਂ ਤੇ, ਦਮ ਦਾਨ, ਦਮੜੀਆਂ ਦਾ ਦਾਨ, ਇੱਥੋਂ ਤੱਕ ਆਪਣੇ ਸਵਾਸਾਂ ਦਾ ਵੀ ਦਾਨ ਕਰ ਦੇਵੇ। ਤੇ ਸੋ ਸੰਜਮ ਨੇਮ ਅਨੇਕ ਬਿਸੇਖੈ, ਉਹ ਸੰਜਮ ਵੀ ਰੱਖਦਾ ਹੋਵੇ, ਸੰਜਮੀ ਹੋਵੇ। ਸੰਜਮ ਰੱਖਣਾ ਜਿਹੜਾ ਇੰਦਰੀਆਂ ਤੇ, ਕਰਮ ਇੰਦਰੀਆਂ ਤੇ, ਗਿਆਨ ਇੰਦਰੀਆਂ ਤੇ ਜਿਹੜਾ ਕਾਬੂ ਰੱਖਣਾ, ਸੰਜਮ ਰੱਖਣਾ, ਉਹ ਸੰਜਮ ਰੱਖਦਾ ਹੋਵੇ। ਅਤੇ ਜਿਹੜਾ ਸੰਜਮ ਖਾਣ ਪੀਣ ਦੇ ਅੰਦਰ ਸੰਜਮ ਰੱਖਣਾ ਹੈ। ਇਹ ਨਹੀਂ ਕਿ ਦੇਖ ਲਿਆ ਫਰੀ ਦਾ ਤੇ ਬਸ ਖਾ ਲਵੋ, ਕਿਉਂਕਿ ਸ਼ਗਨ ਜੋ ਪਾਇਆ ਹੈ ਵਿਆਹ ਦੇ ਅੰਦਰ ਤੇ ਪੈਸੇ ਪੂਰੇ ਕਰਨੇ ਹਨ ਨਾ, ਖਾ ਲਵੋ ਜਿਤਨਾ ਖਾ ਹੁੰਦਾ ਹੈ। ਪਰ ਸਾਧ ਸੰਗਤ ਇਹ ਸੰਜਮ ਰੱਖਣਾ ਹੈ। ਸਤਿਗੁਰੂ ਕਹਿੰਦੇ ਵੀ ਜਿਨ੍ਹਾਂ ਨੇ ਇਹ ਸੰਜਮ ਵੀ ਰੱਖਿਆ ਹੈ ਖਾਣ ਪੀਣ ਦੇ ਉੱਪਰ, ਕਿ ਆਪਣੇ ਸਰੀਰਕ ਲੋੜ ਅਨੁਸਾਰ ਹੀ ਖਾਣਾ ਹੈ, ਸਰੀਰ ਦੇ ਨਿਰਵਾਹ ਵਾਸਤੇ ਖਾਣਾ ਹੈ, ਜ਼ੁਬਾਨ ਦੇ ਸਵਾਦ ਵਾਸਤੇ ਨਹੀਂ ਖਾਣਾ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਤੇ ਇੱਥੇ ਫਰਮਾਉਂਦੇ ਹਨ ਨਾ ਕਿ ਜੇਕਰ ਕੋਈ
ਤੀਰਥ ਇਸ਼ਨਾਨ ਕਰ ਲਵੇ, ਦਮੜਿਆਂ ਦਾ ਦਾਨ, ਆਪਣੇ ਸਵਾਸਾਂ ਤੱਕ ਦਾ ਦਾਨ ਦੇ ਦੇਵੇ, ਅਤੇ ਸੋ ਸੰਜਮ ਰੱਖੇ ਆਪਣੇ ਗਿਆਨ ਇੰਦਰੀਆਂ ਤੇ, ਅਤੇ ਸੰਜਮ ਰੱਖੇ ਖਾਣ ਪੀਣ ਦੇ ਉੱਪਰ, ਉਹ ਸੰਜਮ ਰੱਖਿਆ ਹੋਵੇ ਉਸਨੇ। ਨੇਮ, ਆਪਣੀ ਨੇਮ ਦੇ ਅੰਦਰ ਪੱਕਾ ਹੋਵੇ, ਨੇਮੀ ਹੋਵੇ। ਜੇਕਰ ਨੇਮ ਹੁੰਦਾ ਹੈ ਕਿ ਕੋਈ ਨੇਮ ਬੰਨ੍ਹ ਲੈਣਾ ਤੇ ਉਸ ਦੇ ਉੱਪਰ ਫਿਰ ਸਾਰੀ ਉਮਰ ਤੱਕ ਪਹਿਰਾ ਦੇਣਾ। ਗੁਰਸਿੱਖਾਂ ਦਾ ਇਹ ਨੇਮ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਜੋ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ, ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੈ। ਇਹ ਸਤਿਗੁਰਾਂ ਨੇ ਨੇਮ ਬਖਸ਼ਿਸ਼ ਕੀਤਾ ਸਿੱਖ ਨੂੰ। ਇਹ ਜੇਕਰ ਇਹ ਸਿੱਖ ਇਹ ਨੇਮ ਨੂੰ ਨਿਭਾਉਂਦਾ ਹੈ ਨਾ, ਤਾਂ ਹੀ ਉਹ ਸਿੱਖ ਕਹਾਉਣ ਦਾ ਹੱਕਦਾਰ ਹੈ। ਗੁਰਬਾਣੀ ਦਾ ਸਪਸ਼ਟ ਫਰਮਾਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਜਿਹੜਾ ਕਹਿੰਦਾ ਹੈ, ਅਖਮਾਉਂਦਾ ਹੈ ਕਿ ਮੈਂ ਸਤਿਗੁਰਾਂ ਦਾ ਸਿੱਖ ਹਾਂ, ਸੋ ਭਲਕੇ ਉੱਠ ਹਰ ਨਾਮ ਤੇ ਆਵੈ। ਉਹ ਭਲਕੇ ਉੱਠ ਫਿਰ ਨਾਮ ਤੇ ਆਵੇ ਪਰਮੇਸ਼ਰ ਦਾ। ਜੇ ਨਾਮ ਨਹੀਂ ਤੇ ਆਉਂਦਾ ਤਾਂ ਸਿੱਖ ਕਹਾਉਣ ਦਾ ਹੱਕਦਾਰ ਨਹੀਂ ਉਹ। ਇਹ ਨੇਮ ਸਤਿਗੁਰਾਂ ਨੇ ਸਿੱਖ ਨੂੰ ਬਖਸ਼ਿਸ਼ ਕੀਤਾ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ, ਸੋ ਸੰਜਮ ਨੇਮ ਅਨੇਕ, ਤੇ ਅਨੇਕਾਂ ਪ੍ਰਕਾਰ ਦੇ ਨੇਮ ਉਸ ਨੇ ਰੱਖੇ ਹੋਣ। ਉਹ ਆਪਣਾ ਨੇਮ, ਜਿਹੜਾ ਸਿੱਖ ਦਾ ਨੇਮ ਕੀ ਹੈ ਕਿ ਉਹ ਗੁਰਸਿੱਖ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਪ੍ਰਸ਼ਾਦੇ ਨੂੰ ਗ੍ਰਹਿਣ ਨਹੀਂ ਕਰਦੇ, ਭੋਜਨ ਨਹੀਂ ਖਾਂਦੇ, ਭਾਵੇਂ ਕਿਤਨੇ ਦਿਨਾਂ ਦੇ ਮਰਜ਼ੀ ਭੁੱਖੇ ਹੋਣ। ਜੇਕਰ ਪ੍ਰਸ਼ਾਦਾ ਛਕਣਾ ਹੈ ਨਾ ਅਗਲੇ ਦਿਨ ਜਾਂ ਅੰਮ੍ਰਿਤ ਵੇਲੇ ਤੋਂ ਬਾਅਦ, ਤੇ ਉਹ ਫਿਰ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾਂ ਕੋਈ ਅੰਨ ਆਪਣੇ ਅੰਦਰ ਗ੍ਰਹਿਣ ਨਹੀਂ ਕਰਦੇ। ਇਹ ਨੇਮ ਹੁੰਦਾ ਹੈ। ਇਹ ਨੇਮ ਤੋਂ ਭਾਵ ਕਿ ਅਨੇਕਾਂ ਹੀ ਪ੍ਰਕਾਰ ਦੇ ਜੇਕਰ ਕੋਈ ਇਸ ਤਰੀਕੇ ਨਾਲ ਨੇਮ ਰੱਖ ਲਵੇ, ਕੋਈ ਇਸ਼ਨਾਨ ਆਦਿਕ ਕਰਨ ਦਾ ਨੇਮ ਰੱਖ ਲਵੇ, ਸੰਜਮ ਰੱਖੇ, ਅਨੇਕ ਵਿਸਿੱਖ ਹੈ। ਅਤੇ ਇਸ ਪ੍ਰਕਾਰ ਦੇ ਨਾਲ ਅਨੇਕਾਂ ਹੀ ਤਰੀਕਿਆਂ ਦੇ ਨਾਲ ਵੀ ਸਿੱਖਿਆ, ਕਈ ਪ੍ਰਕਾਰ ਦੇ ਉਹ ਸੰਜਮ ਰੱਖੇ, ਕਈ ਪ੍ਰਕਾਰ ਦੇ ਜੇਕਰ ਉਹ ਨੇਮ ਰੱਖ ਲਵੇ। ਵੇਦ ਪੁਰਾਨ ਕਤੇਬ ਕੁਰਾਨ, ਅਤੇ ਵੇਦਾਂ ਦਾ ਤੇ ਵੇਦ ਪੜ੍ਹ ਲਵੇ, ਉਸਨੇ ਪੜ੍ਹੇ ਹੋਣ, ਪੁਰਾਣ ਪੜ੍ਹ ਲਵੇ ਜੇਕਰ ਉਹ ਜਿਹੜੇ ਵੇਦ ਹਨ, ਭਾਵ ਜਿਹੜੇ ਹਿੰਦੂ ਮਤ ਦੇ ਗ੍ਰੰਥ, ਪੁਰਾਣ ਜਿਹੜੇ ਮੁਸਲਮਾਨ ਮਤ ਦੇ ਗ੍ਰੰਥ, ਅਤੇ ਇਸ ਪ੍ਰਕਾਰ ਕਤੇਬ ਕੁਰਾਨ ਤੇ ਜਿਹੜੀਆਂ ਕਿਤਾਬਾਂ ਹਨ, ਅਤੇ ਜਿਹੜੀ ਕੁਰਾਨ ਹੈ ਮੁਸਲਮਾਨ ਮਤ ਦੀ, ਜੇਕਰ ਉਹ ਕੋਈ ਪੜ੍ਹ ਲਵੇ, ਗਿਆਨ ਹੋਵੇ ਤਾਂ ਉਹਦੇ ਪਾਸ। ਜ਼ਮੀਨ ਜਮਾਨ ਸਬਾਨ ਕੈ ਪੇਖੈ, ਜ਼ਮੀਨ ਜਮਾਨ, ਜਿਵੇਂ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਜ਼ਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਕਿ ਪਰਮੇਸ਼ਰ ਦੀ ਉਸਤਤੀ 'ਚ ਫਰਮਾਉਂਦੇ ਹਨ ਸਤਿਗੁਰੂ, ਜ਼ਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ। ਜ਼ਮੀਨ ਦੇ ਉੱਪਰ ਅਤੇ ਜਮਾਨ ਆਕਾਸ਼ ਦੇ ਅੰਦਰ, ਹਰ ਥਾਂ ਤੇ ਇੱਕੋ ਹੀ ਜੋਤ ਪਰਮੇਸ਼ਰ ਦੀ ਵਰਤ ਰਹੀ ਹੈ। ਇੱਥੇ ਬਖਸ਼ਿਸ਼ ਕਰਦੇ ਹਨ, ਜ਼ਮੀਨ ਜਮਾਨ ਸਬਾਨ ਕੇ ਪੇਖੈ। ਧਰਤੀ, ਜ਼ਮੀਨ ਅਤੇ ਜਮਾਨ ਜਿਹੜਾ ਇਹ ਆਕਾਸ਼ ਕੇ ਪਿੱਖ ਹੈ, ਉਹਨਾਂ ਨੇ ਫਿਰ ਕਰਕੇ ਦੇਖਿਆ ਹੋਵੇ। ਉਹ ਸਾਰੇ ਹੀ ਇਸ ਪ੍ਰਕਾਰ ਮਨ ਦੇ ਅੰਦਰ ਕਈਆਂ ਦੇ ਚਾਅ ਵੀ ਹੁੰਦਾ ਹੈ ਨਾ, ਅਸੀਂ ਸਾਰੀ ਦੁਨੀਆ ਸਾਰਾ ਸੰਸਾਰ ਫਿਰ ਕਰਕੇ ਵੇਖਣਾ ਹੈ। ਤੇ ਜੇਕਰ ਕੋਈ ਇੱਦਾਂ ਸਾਰਾ ਸੰਸਾਰ ਫਿਰ ਕਰਕੇ ਵੇਖ ਆਵੇ ਤੇ ਮੁੜ ਕੇ ਕਿਤਨਾ ਹੰਕਾਰ ਕਰਦਾ ਕਿ ਮੈਂ ਫਲਾਣੀ ਥਾਂ ਤੇ ਵੀ ਗਿਆ ਸਾਂ, ਫਲਾਣੀ ਥਾਂ ਵੀ ਦੇਖ ਕਰਕੇ ਆਇਆ ਹਾਂ। ਸਤਿਗੁਰੂ ਫਰਮਾਉਂਦੇ, ਜੇਕਰ ਜ਼ਮੀਨ ਜਮਾਨ ਸਬਾਨ ਕੇ ਪਿੱਖ ਹੈ, ਉਹ ਸਾਰੀ ਜ਼ਮੀਨ ਦੇ ਉੱਪਰ ਸਾਰੇ ਫਿਰ ਕੇ ਦੇਖ ਲਵੇ, ਜਮਾਨ ਅਸਮਾਨ ਵੀ ਸਾਰਾ ਘੁੰਮ ਫਿਰ ਕਰਕੇ ਅੰਤਰਿਕਸ਼ ਦੇਖ ਲਵੇ, ਸਬਾਨ ਕੇ ਸਾਰਿਆਂ ਨੂੰ ਹੀ ਦੇਖ ਲਵੇ। ਇਸ ਪ੍ਰਕਾਰ ਜ਼ਮੀਨ ਦੇ ਜਿਹੜੇ ਜਮਾਨੇ ਹਨ, ਸਾਰੇ ਜਮਾਨਿਆਂ ਨੂੰ ਵੀ ਉਸਨੇ ਦੇਖਿਆ ਹੋਵੇ। ਇਸ ਤਰੀਕੇ ਦੇ ਨਾਲ ਉਸਦੀ ਉਮਰ ਲੰਮੀ ਹੋਵੇ, ਕਿਉਂਕਿ ਸਾਰੇ ਜਮਾਨੇ ਬਦਲਦਾ ਹੈ ਜ਼ਮਾਨਾ। ਸਾਰੇ ਜਮਾਨੇ ਜੇਕਰ ਸਤਿਗੁਰੂ ਕਹਿੰਦੇ ਉਸਨੇ ਦੇਖੇ ਹੋਣ। ਪੌਣ ਆਹਾਰ ਜਤੀ ਜਤ ਧਾਰ, ਅਤੇ ਇਸ ਪ੍ਰਕਾਰ ਇਤਨਾ ਕੋਈ ਸੰਜਮ ਰੱਖੇ ਕਿ ਪੌਣ ਆਹਾਰ, ਕਿ ਪੌਣਾ ਆਹਾਰੀ ਹੀ ਹੋ ਜਾਵੇ। ਜਿਹੜੇ ਜੋਗੀ ਲੋਕ ਹੁੰਦੇ ਹਨ ਨਾ ਸਾਧ ਸੰਗਤ, ਉਹ ਕੁਝ ਖਾਂਦੇ ਪੀਂਦੇ ਨਹੀਂ। ਕਈ ਜਿਹੜੇ ਹੁੰਦੇ ਹਨ ਪੌਣ ਆਹਾਰ, ਉਹ ਸਾਹਾਂ ਦੇ ਆਧਾਰ ਤੇ ਹੀ ਆਪਣਾ ਸਰੀਰ ਟਿਕਾਉਂਦੇ ਹਨ। ਉਹ ਸਾਹ ਲੈ ਕਰਕੇ ਹੀ ਰੱਜ ਜਾਂਦੇ ਹਨ। ਇਸ ਪ੍ਰਕਾਰ ਸਾਹ ਦੇ ਵਿੱਚੋਂ ਹੀ ਆਪਣਾ ਉਹ ਭੋਜਨ ਪ੍ਰਾਪਤ ਕਰ ਲੈਂਦੇ ਹਨ। ਪੌਣ ਆਹਾਰ ਜਤੀ ਜਤ ਧਾਰ, ਅਤੇ ਜਿਹੜੇ ਜਤੀ ਲੋਕ ਜਿਨ੍ਹਾਂ ਨੇ ਜਤ ਧਾਰਨ ਕੀਤਾ ਹੋਵੇ, ਜਤ ਸਤ ਦੇ ਅੰਦਰ ਪਰਪੱਕ ਹੋਣ। ਸਭੈ ਸੋ ਵਿਚਾਰ ਆਹਾਰ ਜਤੀ ਜਤ ਧਾਰ, ਕਿ ਉਹ ਜੇਕਰ ਕੋਈ ਜਤੀ ਜਿਹੜਾ ਜਤ ਵੀ ਰੱਖ ਲਵੇ। ਸਭੈ ਸੋ ਵਿਚਾਰ ਹਜ਼ਾਰਕ ਦੇਖੈ, ਸਭੈ ਸੋ ਵਿਚਾਰ,
ਹਜ਼ਾਰ ਕ ਦੇਖੈ ਕਿ ਕਿਤਨੇ ਕ ਸਤਿਗੁਰੂ ਕਹਿੰਦੇ ਸਭੈ ਜੇ ਸਾਰੇ ਵਿਚਾਰਗੇ ਤਾਂ ਹਜ਼ਾਰ ਕ ਦੇਖੈ, ਹਜ਼ਾਰਾਂ ਹੀ ਇਤਨੇ ਹੋ ਜਾਣਗੇ। ਕੋਈ ਅਹੰਕਾਰ ਨਾ ਕਰ ਲੈ ਕਿ ਮੈਂ ਹੀ ਹਾਂ ਇਕੱਲਾ, ਮੈਂ ਹੀ ਇਹ ਸਭ ਸੰਜਮ ਰੱਖਣ ਵਾਲਾ ਹਾਂ, ਮੈਂ ਹੀ ਪਾਉਣ ਆਹਾਰ ਹਾਂ, ਮੈਨੂੰ ਹੀ ਗਿਆਨ ਹੈ ਵੇਦਾਂ ਕੁਰਾਨ ਕਤੇਬ ਦਾ, ਸਾਰੇ ਚੀਜ਼ਾਂ ਦਾ। ਸਤਿਗੁਰੂ ਬਖਸ਼ਿਸ਼ ਕਰਦੇ ਸਭੈ ਸੋ ਵਿਚਾਰ ਹਜ਼ਾਰ ਕ ਦੇਖੈ, ਕਿਤਨੇ ਕ ਸਤਿਗੁਰੂ ਕਹਿੰਦੇ ਅਸੀਂ ਵਿਚਾਰ ਕਰਕੇ ਦਸੀਏ ਬੇਅੰਤ ਹੀ ਹਨ। ਸ੍ਰੀ ਭਗਵਾਨ ਭਜੈ ਬਿਨ ਭੂਪਤ। ਤੇ ਇਸ ਪ੍ਰਕਾਰ ਇਹ ਬੇਅੰਤ ਹੀ ਜੇਕਰ ਕੋਈ ਸਾਧਨ ਜਤ ਸਤ ਦਾ ਸਾਧਨ ਕਰ ਲਵੇ, ਪਾਉਣ ਆਹਾਰੀ ਹੋ ਜਾਵੇ, ਸੰਜਮ ਨੇਮ ਰੱਖ ਲਵੇ, ਤੀਰਥ ਇਸ਼ਨਾਨ ਕਰ ਲਵੇ, ਹਜ਼ਾਰ ਕ ਦੇਖੈ, ਹਜ਼ਾਰਾਂ ਹੀ ਇਸ ਪ੍ਰਕਾਰ ਦੇ ਜੇਕਰ ਕੋਈ ਕਰਮ ਕਰ ਲਵੇ ਨਾ, ਸਤਿਗੁਰੂ ਫਰਮਾਉਂਦੇ ਸ੍ਰੀ ਭਗਵਾਨ ਭਜੇ ਬਿਨ ਭੂਪਤ। ਸ੍ਰੀ ਭਗਵਾਨ ਜਿਹੜਾ ਮਾਇਆ ਦਾ ਪਤੀ ਅਥਵਾ ਜੋ ਸ੍ਰੇਸ਼ਟ ਭਗਵਾਨ ਪਰਮੇਸ਼ਰ ਹੈ ਨਾ, ਭਜੇ ਬਿਨ, ਉਸ ਦਾ ਭਜਨ ਕਰਨ ਤੋਂ ਬਿਨਾ, ਭੂਪਤ ਜਿਹੜੇ ਅਜਿਹੇ ਰਾਜੇ ਹਨ, ਤਕੜੇ ਰਾਜੇ, ਜੇਕਰ ਉਸ ਪਰਮੇਸ਼ਰ ਦਾ ਭਜਨ ਸਿਮਰਨ ਨਹੀਂ ਕਰਦੇ। ਏਕ ਰਤੀ ਬਿਨ ਏਕ ਨ ਲੇਖੈ। ਏਕ ਰਤੀ ਵਾਹਿਗੁਰੂ ਏਕ ਰਤੀ ਬਿਨ, ਉਸ ਪਰਮੇਸ਼ਰ ਦੇ ਪ੍ਰੇਮ ਤੋਂ ਬਿਨਾ, ਏਕ ਬਿਨ ਏਕ ਨਾ ਲੇਖੈ, ਇਹਨਾਂ ਦਾ ਇੱਕ ਵੀ ਕੰਮ ਕੀਤਾ ਹੋਇਆ ਲੇਖੇ ਵਿੱਚ ਨਹੀਂ ਲੱਗਣਾ। ਸਤਿਗੁਰਾਂ ਨੇ ਬਖਸ਼ਿਸ਼ ਕਰ ਦਿੱਤੀ। ਜੇ ਇਸ ਪ੍ਰਕਾਰ ਆਪਾਂ ਸਿਫਰ ਲਾਉਣੇ ਹਨ ਉਸ ਦੇ ਨਾਲ ਜਿਵੇਂ 10 ਬਣਦਾ ਹੈ 100, ਮਗਰ ਜੀਰੋਆਂ ਜਿਤਨੀਆਂ ਮਰਜ਼ੀ ਲਗਾ ਦਈਏ, ਪਰ ਜੇਕਰ ਅੱਗੇ ਏਕਾ ਨਹੀਂ ਨਾ ਲੱਗਾ ਹੋਇਆ ਤਾਂ ਸਾਧ ਸੰਗਤ ਜਿਤਨੀਆਂ ਮਰਜ਼ੀ ਜੀਰੋਆਂ ਸਿਫਰਾਂ ਲੱਗ ਜਾਣ, ਉਸ ਦੀ ਕੋਈ ਮਾਨਤਾ, ਕੋਈ ਵੈਲਿਊ ਨਹੀਂ। ਤੇ ਜੇਕਰ ਅੱਗੇ ਏਕਾ ਲੱਗਾ ਹੋਵੇ ਨਾ ਤੇ ਉਸ ਦੇ ਮਗਰ ਜੇ ਸਿਫਰ ਲਗਾਈ ਜਾਵੇ ਤਾਂ ਉਸ ਦੀ ਜਿਹੜੀ ਕੀਮਤ ਹੈ ਉਹ 10 ਗੁਣਾ ਵੱਧ ਜਾਂਦੀ ਹੈ। ਇਸ ਪ੍ਰਕਾਰ ਗੁਣਾ ਹੁੰਦੀ ਜਾਂਦੀ ਹੈ ਉਸ ਦੀ ਕੀਮਤ। ਇਹ ਜਿਹੜਾ ਸਤਿਗੁਰੂ ਬਖਸ਼ਿਸ਼ ਕਰਦੇ ਨੇ, ਜਿਹੜਾ ਏਕ ਰਤੀ ਬਿਨ, ਜਿਹੜਾ ਪਰਮੇਸ਼ਰ ਦੇ ਰਤੀ ਪ੍ਰੇਮ ਦਾ ਜਿਹੜਾ ਏਕਾ ਅੱਗੇ ਲਾਉਣਾ ਹੈ ਨਾ, ਜੇਕਰ ਉਹ ਲੱਗ ਗਿਆ ਤਾਂ ਆ ਜਿਹੜੇ ਸਾਰੇ ਸਾਧਨ ਸਤਿਗੁਰਾਂ ਨੇ ਉੱਪਰ ਬਖਸ਼ਿਸ਼ ਕਰਕੇ ਆਏ ਹਨ ਨਾ, ਇਹ ਕੀਤੇ ਵੀ ਫਿਰ ਇਹਨਾਂ ਦਾ ਵੀ ਮੁੱਲ ਪੈਂਦਾ ਹੈ। ਤੇ ਜੇਕਰ ਅੱਗੇ ਪ੍ਰੇਮ ਦਾ ਏਕਾ ਨਹੀਂ ਨਾ ਲੱਗਾ ਤੇ ਇਹ ਕੀਤੇ ਹੋਏ ਵੀ ਸਾਰੇ ਸਤਿਗੁਰੂ ਕਹਿੰਦੇ ਏਕ ਨਾ ਲੇਖੈ। ਇਹ ਸਾਰੇ ਜਿਤਨੇ ਵੀ ਯਤਨ ਕਰ ਲਵੋ, ਤੀਰਥ ਇਸ਼ਨਾਨ ਕਰ ਲੈ ਹੋਣ, ਦਮ ਦਾਨ, ਦਮੜਿਆਂ ਦਾ ਦਾਨ, ਸੰਜਮ ਰੱਖਿਆ ਹੋਵੇ, ਨੇਮ ਰੱਖੇ ਹੋਣ ਅਨੇਕਾਂ ਪ੍ਰਕਾਰ ਦੇ, ਵੇਦ ਪੁਰਾਣ ਕਤੇਬ ਕੁਰਾਨ ਸਾਰਿਆਂ ਦਾ ਗਿਆਨ ਪ੍ਰਾਪਤ ਹੋਵੇ, ਜ਼ਮੀਨ ਜਮਾਨ ਸਾਰੇ ਫਿਰ ਕਰਕੇ ਵੇਖ ਲਵੇ, ਪਾਉਣ ਆਹਾਰ ਹੋ ਜਾਵੇ, ਜਾਤ ਰੱਖ ਲਵੇ, ਅਨੇਕਾਂ ਐਸੇ ਹਜ਼ਾਰਾਂ ਹੀ ਕਾਰਜ ਕਰ ਲਵੇ, ਪਰ ਜੇਕਰ ਉਹ ਪ੍ਰੇਮ ਦਾ ਏਕਾ ਨਹੀਂ ਨਾ ਅੱਗੇ ਲਾਇਆ ਤਾਂ ਸਾਰੇ ਹੀ ਏਕ ਨਾ ਲੇਖੈ, ਇੱਕ ਵੀ ਕਿਸੇ ਲੇਖੇ ਨਹੀਂ ਪੈਣਾ। ਬਖਸ਼ਿਸ਼ ਕਰਦੇ ਹਨ ਸਤਿਗੁਰੂ ਸ੍ਰੀ ਭਗਵਾਨ ਭਜੇ ਬਿਨ ਭੂਪਤ। ਜੇਕਰ ਕੋਈ ਰਾਜਾ ਇਤਨੇ ਕਾਰਜ ਵੀ ਕਰ ਲਵੇ ਨਾ, ਇਤਨੇ ਸੰਜਮ ਅਨੇਕਾਂ ਪ੍ਰਕਾਰ ਦੇ ਰੱਖ ਲਵੇ, ਭਜੇ ਬਿਨ, ਪਰਮੇਸ਼ਰ ਦਾ ਭਜਨ ਕੀਤੇ ਬਿਨਾ, ਉਹ ਤੇ ਉਸ ਦਾ ਉਸ ਨਾਲ ਪ੍ਰੇਮ ਕੀਤੇ ਤੋਂ ਬਿਨਾ, ਏਕ ਰਤੀ ਬਿਨ ਏਕ ਨਾ ਲੇਖੈ, ਇੱਕ ਵੀ ਕਾਰਜ ਉਸ ਦਾ ਸਤਿਗੁਰੂ ਫਰਮਾਉਂਦੇ ਕਿ ਲੇਖੇ ਵਿੱਚ ਨਹੀਂ ਲੱਗਦਾ। ਇਹ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਅੱਜ ਜੋ 4 ਸ਼ਬਦ ਸੰਪੂਰਨ ਹੋਏ ਹਨ, ਸਵਈਏ 4 ਸੰਪੂਰਨ ਹੋਏ ਹਨ, ਇਸ ਪ੍ਰਕਾਰ ਇਹ 10 ਸਵਈਏ ਹਨ ਇਸ ਤਵੈ ਪ੍ਰਸਾਦ ਸਵਈਏ ਗੁਰਬਾਣੀ ਦੇ ਅੰਦਰ, ਜੋ ਅੱਗੇ ਜਿਸ ਪ੍ਰਕਾਰ ਸਤਿਗੁਰ ਬਖਸ਼ਿਸ਼ ਕਰਨਗੇ ਅਗਲੇ ਦੀਵਾਨਾਂ ਦੇ ਅੰਦਰ ਆਪਾਂ ਸਰਵਣ ਕਰਨ ਦਾ ਯਤਨ ਕਰਾਂਗੇ। ਇਸ ਸਵਈਆਂ ਨੂੰ ਸਤਿਗੁਰਾਂ ਨੇ ਜੋ ਰਾਜਾ ਰਤਨ ਰਾਏ ਭੇਟਾਵਾਂ ਲੈ ਕੇ ਹਾਜ਼ਰ ਹੋਇਆ ਸੀ ਸਤਿਗੁਰਾਂ ਪਾਸ, ਉਸ ਦੁਆਰਾ ਬੇਨਤੀ ਕਰਨ ਤੇ ਫਿਰ ਸਤਿਗੁਰਾਂ ਨੇ ਇਹ ਸਵਈਏ ਉਸ ਪ੍ਰਥਾਏ ਉਸ ਨੂੰ ਉਪਦੇਸ਼ ਰੂਪ ਦੇ ਅੰਦਰ ਉਚਾਰਨ ਕਰਕੇ ਸੁਣਾਏ ਸਨ, ਤਾਂ ਜੋ ਉਸਨੇ ਬੇਨਤੀ ਕੀਤੀ ਸੀ ਨਾ ਕਿ ਰਾਜ ਪ੍ਰਾਪਤ ਹੈ, ਰਾਜ ਦਾ ਹਰ ਪ੍ਰਕਾਰ ਦੇ ਨਾਲ ਅਹੰਕਾਰ ਅਤੇ ਵਿਕਾਰਾਂ ਵਿੱਚ ਬੰਦਾ ਫਸਦਾ ਹੈ, ਤੇ ਸਾਨੂੰ ਸਤਿਗੁਰੂ ਕਿਰਪਾ ਕਰਕੇ ਵਿਰਾਗਮੀ ਉਪਦੇਸ਼ ਦਿਓ ਕਿ ਸਾਡੇ ਮਨ ਨੂੰ ਸ਼ਾਂਤੀ ਹੋ ਜਾਵੇ। ਉੱਥੇ ਸਤਿਗੁਰਾਂ ਨੇ ਇਹ ਉਚਾਰਨ ਕੀਤੇ ਸੀ 10 ਸਵਈਏ। ਅਤੇ ਇਸ ਤੋਂ ਉਪਰੰਤ ਅੰਮ੍ਰਿਤ ਛਕਾਉਣ ਵੇਲੇ ਸਤਿਗੁਰਾਂ ਨੇ ਇਹ ਗੁਰਬਾਣੀ ਪੜ੍ਹੀ ਤੀਸਰੇ ਨੰਬਰ 'ਤੇ ਜਿਹੜੀ ਆਉਂਦੀ ਹੈ। ਅਤੇ ਇਸ ਤੋਂ ਬਾਅਦ ਜਿਹੜੇ ਪਹਾੜੀ ਰਾਜੇ ਸਤਿਗੁਰਾਂ ਪਾਸ ਆਏ ਸਨ ਤੇ ਉਹਨਾਂ ਦਾ ਅਹੰਕਾਰ ਤੋੜਨ ਵਾਸਤੇ ਫਿਰ ਸਤਿਗੁਰਾਂ ਨੇ 10 ਸਵਈਏ ਉੱਥੇ ਸਭਾ ਦੇ ਅੰਦਰ ਉਚਾਰਨ ਕਰਕੇ ਤੇ ਉਹਨਾਂ ਦਾ ਅਹੰਕਾਰ ਤੋੜਿਆ ਸੀ। ਇਸ ਦੇ ਅੰਦਰ ਆਪਾਂ ਇਹੀ ਸਰਵਣ ਕੀਤਾ ਹੈ ਨਾ ਕਿ ਜੇਕਰ ਤੁਸੀਂ ਜਿਤਨੇ ਮਰਜ਼ੀ ਤਕੜੇ ਰਾਜੇ ਹੋ ਜਾਵੋ, ਜਿਤਨੇ ਤਕੜੇ ਹਾਥੀ ਜਿਤਨੇ ਮਰਜ਼ੀ ਹੋਣ, ਹਵਾ ਦੀ ਰਫ਼ਤਾਰ ਤੋਂ ਤੇਜ਼ ਤੁਹਾਡੇ ਪਾਸ ਘੋੜੇ ਹੋਣ, ਤੁਸੀਂ ਅਨੇਕਾਂ ਸੰਜਮ ਤੀਰਥ ਇਸ਼ਨਾਨ ਦਇਆ ਦਮ ਦਾਨ ਕਰ ਲਵੋ, ਵੇਦ ਪੁਰਾਣ ਕਤੇਬ ਕੁਰਾਨ ਪੜ੍ਹ ਲਵੋ ਅਤੇ ਪਾਉਣ ਆਹਾਰ ਜਤੀ ਜਤ ਧਾਰ ਹੋ ਜਾਵੋ, ਜਿਤਨੇ ਕਰਮ ਤੁਸੀਂ ਮਰਜ਼ੀ ਕਰ ਲਵੋ। ਅਤੇ ਇਸ ਪ੍ਰਕਾਰ ਜੀਤ ਫਿਰੈ ਸਭ ਦੇਸ਼ ਦਿਸਾਨ ਕੋ ਤੁਸੀਂ ਜਿੱਤ ਲਵੋ। ਬਾਜਤ ਢੋਲ ਮਰਦੰਗ ਨਗਾਰੇ ਮਗਰ ਤੁਹਾਡੇ ਵੱਜਦੇ ਹੋਣ, ਗੁੰਜਤ ਗੂੜ ਗਜਾਨ ਕੇ ਸੁੰਦਰ ਇਤਨੇ ਘੋੜੇ ਹਾਥੀ ਤਗੜੇ ਤੁਹਾਡੇ ਪਾਸ ਹੋਣ। ਅਖੀਰ ਤੇ ਸਤਿਗੁਰਾਂ ਨੇ ਬਚਨ ਕਰ ਦਿੱਤਾ ਸ੍ਰੀ ਭਗਵਾਨ ਭਜੇ ਬਿਨ ਭੂਪਤ। ਭੂਪਤ ਹੈ ਰਾਜਿਓ, ਜੇਕਰ ਭਜੇ ਬਿਨ ਪਰਮੇਸ਼ਰ ਦਾ
ਭਜਨ ਨਹੀਂ ਨਾ ਤੁਸੀਂ ਕੀਤਾ, ਏਕ ਰਤੀ ਬਿਨ, ਤੇ ਪਰਮੇਸ਼ਰ ਦੇ ਨਾਲ ਪ੍ਰੇਮ ਤੁਸੀਂ ਨਹੀਂ ਲਾਇਆ, ਪਰਮੇਸ਼ਰ ਦਾ ਪ੍ਰੇਮ ਤੁਹਾਨੂੰ ਨਹੀਂ ਨਾ ਪ੍ਰਾਪਤ ਹੋਇਆ। ਏਕ ਨਾ ਲੇਖੈ, ਤੇ ਤੁਹਾਡੇ ਕੀਤੇ ਹੋਏ ਕਰਮ, ਕੀਤਾ ਹੋਇਆ ਰਾਜ ਭਾਗ, ਮਾਣੀਆਂ ਹੋਈਆਂ ਸੇਜਾਂ, ਮਾਣੇ ਹੋਏ ਘੋੜੇ ਹਾਥੀ, ਏਕ ਨਾ ਲੇਖੈ, ਤੁਹਾਡੇ ਕਿਤੇ ਵੀ ਲੇਖੇ ਨਹੀਂ ਲੱਗਣਾ। ਭਾਵ ਪਰਲੋਕ ਦੇ ਅੰਦਰ ਤੁਹਾਡੇ ਕਿਸੇ ਵੀ ਇਹ ਕੰਮ ਨਹੀਂ ਆਉਣੇ। ਅੰਤ ਕੋ ਨਾਂਗੇ ਹੀ ਪਾਏ ਪਧਾਰੇ, ਜਾਣਾ ਤੁਹਾਨੂੰ ਨੰਗੇ ਪੈਰ ਹੀ ਪਵੇਗਾ, ਨੰਗੇ ਪੈਰੀ ਜਾਣਾ ਪਵੇਗਾ। ਭਾਵ ਨਾਲ ਕੁਛ ਨਹੀਂ ਲੈ ਕੇ ਜਾਣਾ। ਨਾਲ ਕੀ ਜਾਣਾ ਹੈ? ਪਰਮੇਸ਼ਰ ਦਾ ਕੀਤਾ ਹੋਇਆ ਭਜਨ। ਫਰਮਾਉਂਦੇ ਹਨ ਨਾ ਸਤਿਗੁਰੂ ਸ੍ਰੀ ਭਗਵਾਨ, ਭਜੇ ਬਿਨ ਭੂਪਤ, ਪਰਮੇਸ਼ਰ ਨੂੰ ਭਜਨ ਕੀਤੇ ਤੋਂ ਬਿਨਾ। ਫਿਰ ਇਹ ਨਾਂਗੇ ਪਾਵੋਂ ਤੇ ਗਏ, ਜਿਨ ਕੇ ਲੱਖ ਕਰੋੜ, ਲੱਖਾਂ ਕਰੋੜਾਂ ਵਸਤੂਆਂ ਪਾਸ ਹੋਣ, ਪਰ ਜਾਣਾ ਨੰਗੇ ਪੈਰ ਹੀ ਪੈਂਦਾ ਹੈ। ਪਰ ਸਾਥ ਜਾਣਾ ਤਾਂ ਕੇਵਲ ਕੀਤਾ ਹੋਇਆ ਪਰਮੇਸ਼ਰ ਦਾ ਭਜਨ ਤੇ ਕੀਤੀ ਹੋਈ ਸਤ ਸੰਗਤ। ਕੱਲ ਆਪਾਂ ਭਾਈ ਪ੍ਰਾਣਾ ਜੀ ਦੀ ਸਾਖੀ ਵੀ ਸਰਵਣ ਕੀਤੀ ਸੀ ਨਾ, ਕਿ ਉਸ ਨੇ ਜਿਹੜਾ ਮੁਨਸ਼ੀ ਆਇਆ ਸੀ, ਉਸ ਦਾ ਸਮਾਨ ਛੱਡਣ ਗਏ ਸਨ ਭਾਈ ਪ੍ਰਾਣਾ ਜੀ, ਤਾਂ ਉਸ ਨੂੰ ਉਹ ਸਤ ਸੰਗਤ ਜੋ ਉਸਨੇ 4 ਘੜੀਆਂ ਕਰ ਲਈ ਸੀ ਭਾਈ ਪ੍ਰਾਣਾ ਜੀ ਦੇ ਨਾਲ, ਤੇ ਫਿਰ ਦਰਗਾਹ ਦੇ ਅੰਦਰ ਜਦੋਂ ਲੇਖਾ ਉਸ ਦਾ ਪੜ੍ਹਿਆ ਗਿਆ ਨਾ, ਪੇਸ਼ੀ ਹੋਈ, ਤੇ ਉਹਨਾਂ ਨੇ ਫਿਰ ਜਮਦੂਤ ਧਰਮਰਾਜ ਨੇ ਵੀ ਆਖਿਆ ਸੀ ਕਿ ਤੂੰ ਤੇਰੀ 60 ਵਰ੍ਹਿਆਂ ਦੀ ਉਮਰ ਲੰਘ ਗਈ, ਕੋਈ ਤੂੰ ਧਰਮ ਦਾ ਕਾਰਜ ਨਹੀਂ ਕੀਤਾ, ਇਸ ਕਰਕੇ ਤੂੰ ਨਰਕਾਂ ਦਾ ਭਾਗੀ ਹੈ। ਪਰ ਜਿਹੜੀ ਤੂੰ ਅਖੀਰਲੇ ਸਮੇਂ ਭਾਈ ਪ੍ਰਾਣਾ ਜੀ ਨਾਲ ਜਿਹੜੀ ਤੇਰੀ 4 ਘੜੀਆਂ ਸਤ ਸੰਗਤ ਤੂੰ ਪਰਮੇਸ਼ਰ ਦਾ ਜਸ ਸਰਵਣ ਕਰ ਲਿਆ ਨਾ, ਇਸ ਕਾਰਨ ਕਰਕੇ ਤੈਨੂੰ ਬੈਕੁੰਠ, ਤੈਨੂੰ ਸੱਚਖੰਡ ਦੀ ਪ੍ਰਾਪਤੀ ਹੋਵੇਗੀ। ਤੇ ਉਹਨੂੰ ਪੁੱਛਿਆ ਸੀ ਉਹਨਾਂ ਨੇ ਕਿ ਤੂੰ ਪਹਿਲਾਂ ਸੱਚਖੰਡ ਦਾ ਤੂੰ ਇਹ ਆਪਦੇ 4 ਘੜੀਆਂ ਕੀਤੇ ਹੋਏ ਦਾ ਫਲ ਲੈਣਾ ਹੈ ਕਿ ਤੂੰ ਨਰਕਾਂ 'ਚ ਪਹਿਲਾਂ ਜਾਣਾ ਹੈ। ਉਸ ਨੇ ਫਿਰ ਭਾਈ ਪ੍ਰਾਣਾ ਜੀ ਦੇ ਕਹੇ ਅਨੁਸਾਰ ਕਿਹਾ ਸੀ ਕਿ ਮੈਂ ਪਹਿਲਾਂ ਫਿਰ ਬੈਕੁੰਠ ਜਾਵਾਂਗਾ, ਉਸ ਤੋਂ ਬਾਅਦ ਮੈਂ ਨਰਕਾਂ 'ਚ ਜਾਵਾਂਗਾ। ਪਰ ਜਿਸ ਸਮੇਂ ਬੈਕੁੰਠ ਗਿਆ, ਉੱਥੇ ਫਿਰ ਭਾਈ ਪ੍ਰਾਣਾ ਜੀ ਨੇ ਉਹਨੂੰ ਕਿਹਾ ਕਿ ਇੱਥੇ ਜਮਦੂਤ ਨਹੀਂ ਆ ਸਕਦੇ, ਨਾ ਹੋਣਾ ਤੂੰ ਨਹਿ ਛੁਟਾ ਹੈ, ਨਿਕਟ ਨਾ ਜਾਈਏ ਉਹ ਦੂਤ, ਇਸ ਕਰਕੇ ਤੂੰ ਜਾ ਨਾ, ਹੁਣ ਇੱਥੇ ਬਹਿ ਜਾ, ਉਹ ਤੈਨੂੰ ਲਿਜਾ ਨਹੀਂ ਸਕਦੇ। ਫਿਰ ਇਸ ਤਰੀਕੇ ਦੇ ਨਾਲ ਭਾਈ ਪ੍ਰਾਣਾ ਜੀ ਨੇ ਉਹਦਾ ਵੀ ਭਲਾ ਕੀਤਾ ਸੀ। ਤੋਂ ਕਹਿਣ ਤੋਂ ਭਾਵ ਕਿ ਜਿਹੜਾ ਨਾਲ ਜਾਣਾ ਹੈ ਤਾਂ ਕੇਵਲ ਕੀਤੀ ਹੋਈ ਸਤ ਸੰਗਤ ਦੀਆਂ ਘੜੀਆਂ ਜਿਹੜੀਆਂ ਹਨ ਨਾ, ਇਹੀ ਲੇਖੇ ਵਿੱਚ ਲੱਗ ਜਾਣੀਆਂ ਹਨ। ਤੇ ਜਿਹੜਾ ਹੋਰ ਦੁਨੀਆ ਦੇ ਧੰਦੇ ਕਾਰਜ ਕਰਨੇ ਹਨ, ਤੇ ਉਸ ਪ੍ਰਤੀ ਸਤਿਗੁਰ ਫਰਮਾਉਂਦੇ ਹਨ, ਵੱਡਾ ਹੋਆ ਦੁਨੀਦਾਰ, ਗਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ, ਬਹਿ ਲੇਖਾ ਕਰ ਸਮਝਾਇਆ, ਥਾਓ ਨਾ ਹੋਵੀ ਪਾਉਂਦੀ, ਹੁਣ ਸੁਣੀਐ ਕਿਆ ਰੁਆਇਆ, ਮਨ ਅੰਧੈ ਜਨਮ ਗਵਾਇਆ। ਮਨ ਅੰਨੇ ਮਨ ਵਾਲਿਆ ਜੀਵਾ, ਆਪਣੇ ਮਨ ਨੂੰ ਹਨੇਰੇ ਦੇ ਅੰਦਰ, ਅੰਧਕਾਰ ਅਗਿਆਨ ਦੇ ਅੰਧਕਾਰ ਦੇ ਅੰਦਰ ਤੂੰ ਆਪਦਾ ਜੀਵਨ ਬਤੀਤ ਕਰ ਲੈ, ਉੱਥੇ ਤਾਂ ਗਲ ਸੰਗਲ ਘੱਤ ਚਲਾਇਆ ਵਾਲੀ ਖੇਡ ਬਣਨੀ ਹੈ ਜੇਕਰ ਪਰਮੇਸ਼ਰ ਦਾ ਤੂੰ ਨਾਮ ਸਿਮਰਨ ਨਾ ਕੀਤਾ, ਭਜਨ ਨਾ ਕੀਤਾ। ਏਕ ਰਤੀ ਬਿਨ ਏਕ ਨਾ ਲੇਖੈ, ਪਰਮੇਸ਼ਰ ਦੇ ਪ੍ਰੇਮ ਕੀਤੇ ਬਿਨਾ, ਭਜਨ ਕੀਤੇ ਬਿਨਾ ਇੱਕ ਵੀ ਫਿਰ ਲੇਖੇ ਵਿੱਚ ਨਹੀਂ ਲੱਗਦਾ, ਤੇ ਜਮ ਦਾ ਡੰਡਾ ਫਿਰ ਸਹਾਰਨਾ ਪੈਂਦਾ ਹੈ। ਅੰਤ ਕੇ ਧਾਮ ਸਿਧਾਰੇ, ਅੰਤ ਕਾ ਧਾਮ ਜਿਹੜਾ ਜਮਦੂਤ ਦਾ ਧਾਮ ਹੈ ਨਾ, ਅਥਵਾ ਨਰਕਾਂ ਨੂੰ ਫਿਰ ਜਾਣਾ ਪੈਂਦਾ ਹੈ ਜੇਕਰ ਪਰਮੇਸ਼ਰ ਦਾ ਭਜਨ ਬੰਦਗੀ ਨਾ ਕੀਤਾ। ਇਹ ਸਤਿਗੁਰਾਂ ਨੇ ਅੱਜ ਇਹ 4 ਸੂਈਆਂ ਦੇ ਅੰਦਰ ਬਖਸ਼ਿਸ਼ ਕੀਤੀ ਹੈ। ਤੇ ਇਸੇ ਹੀ ਪ੍ਰਕਾਰ ਦੇ ਨਾਲ ਅਗਲੇ ਵੀ ਜਿਹੜੇ ਰਹਿ ਗਏ ਹਨ ਨਾ 6 ਸਵਈਏ, ਉਹਨਾਂ ਦੇ ਅੰਦਰ ਵੀ ਸਤਿਗੁਰੂ ਇਸੇ ਪ੍ਰਕਾਰ ਨਾਲ ਹੀ ਬਖਸ਼ਿਸ਼ ਕਰਨਗੇ ਕਿ ਜਿਸ ਪ੍ਰਕਾਰ ਦੇ ਨਾਲ ਅਨੇਕਾਂ ਹੀ ਸਾਜ ਤਾਮਾ ਜਾਮਾ ਹੋਵੇ ਨਾ ਜੇਕਰ, ਤੇ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੁਛ ਨਾਲ ਨਹੀਂ ਜਾਣਾ। ਅੱਗੇ ਜੋ ਸਤਿਗੁਰੂ ਬਖਸ਼ਿਸ਼ ਕਰਨਗੇ ਆਪਾਂ ਅਗਲੇਰੇ ਦੀਵਾਨਾਂ ਦੇ ਅੰਦਰ ਸਰਵਣ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਬਖਸ਼ਿਸ਼ ਕਰਨ। ਜੋ ਕਥਾ ਵਿਚਾਰਾਂ ਕਰਦਿਆਂ, ਗੁਰਬਾਣੀ ਦਾ ਉਚਾਰਨ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ ਹਨ, ਅਣਜਾਣ ਬੱਚੇ ਹਾਂ, ਸਤਿਗੁਰੂ ਆਪਣੇ ਅਣਜਾਣ ਬੱਚੇ ਸਮਝ ਕਰਕੇ ਤੇ ਮੁਆਫੀ ਬਖਸ਼ ਦੇਣ। ਇਹ ਗਾਹ ਤੋਂ ਸਮਤ ਬਖਸ਼ਣ, ਹਮ ਨਾ ਸਖਤ ਕਰ ਸਿਫਤ ਤੁਮਾਰੀ, ਆਪ ਲੇਹੋ ਤੁਮ ਕਥਾ ਸੁਧਾਰੀ, ਤੁਸੀਂ ਕਿਰਪਾ ਕਰਕੇ ਤੇ ਬਲ ਉਦਮ ਬਖਸ਼ਿਸ਼ ਕਰਦਿਆ ਕਰੋ ਸਤਿਗੁਰੂ। ਤੇ ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਤੇ ਸਾਰੀ ਸਮਾਪਤੀ ਹੈ ਜੀ। ਪੌਣ ਆਹਾਰ ਜਤੀਜਤ ਧਾਰ, ਸਬੈ ਸੁਬਿਚਾਰ ਹਜ਼ਾਰਕ ਦੇਖੈ, ਸ਼੍ਰੀ ਭਗਵਾਨ ਭਜੇ ਬਿਨ ਭੂਪਤ, ਏਕ ਰਤੀ ਬਿਨ ਏਕ ਨਾ ਲੇਖੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हे अच्युत हे पार ब्रह्म अविनाशी अगनाश, हे पूरन हे सर्ब मैं दुख भंजन गुणतास, हे संगी हे निरंकार, हे निर्गुण सब टेक, हे गोविंद हे गुण निदान, जाकै सदा विवेक,
हे अपरंपर हर हरे है पी होवन हार। हे संतह कै सदा संग निधारा आधार। हे ठाकुर हऊँ दासरो मैं निर्गुण गुण नहीं कोय। नानक दीजै नाम दान राखो हिया परोए। आए प्रभ शरणागति कृपा निध दयाल। एक अखर हर मन बसत नानक होत निहाल। वाहिगुरु नाम जहाज है चढ़े सो तरे पार। जो शरदा कर सेवदे गुर पार उतारन हार। जो शरदा कर सेवदे गुर पार उतारन हार। वाहिगुरु जी का खालसा वाहिगुरु जी की फतेह।